दे शिवा पर मोहे है, शुभ कर्मंते कभू न डरूं, न डरूं और सोच अब जाए लड़ूं, निश्चय कर अपनी जीत करूं। ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਹਰਮਨ ਪਿਆਰਾ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਇਸ ਪ੍ਰੋਗਰਾਮ ਦੇ 483 ਭਾਗ ਅਸੀਂ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਚੁੱਕੇ ਤੇ ਅੱਜ ਇੱਕ ਨਵਾਂ ਐਪੀਸੋਡ 484 ਨੰਬਰ ਲੈ ਕੇ ਫਿਰ ਤੋਂ ਹਾਜ਼ਰ ਹੋਏ ਹਾਂ। ਸਾਰੀਆਂ ਹੀ ਸੰਸਾਰ ਭਰ ਦੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੰਸਾਰ ਦੇ ਕਿਸੇ ਕੋਨੇ ਵਿੱਚ ਵੀ ਬੈਠੇ ਜਿੱਥੇ ਜਿੱਥੇ ਵੀ ਸੰਗਤ ਟੈਲੀਵਿਜ਼ਨ ਵੇਖਿਆ ਜਾ ਰਿਹਾ ਹੈ, ਸੁਣਿਆ ਜਾ ਰਿਹਾ, ਇਸ ਦੀ ਆਵਾਜ਼ ਜਾ ਰਹੀ ਹੈ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਸ ਲੜੀਵਾਰ ਪ੍ਰੋਗਰਾਮ ਨੂੰ ਦੇਖਦੇ ਤੇ ਪਸੰਦ ਕਰਦੇ ਹੋ। ਖਾਸ ਕਰਕੇ ਧੰਨਵਾਦ ਕਰਦੀ ਹਾਂ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ, ਜਿਹੜੇ ਕਿ ਸਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਗੁਰ ਇਤਿਹਾਸ, ਗੁਰਬਾਣੀ ਤੇ ਗੁਰ ਫਲਸਫੇ ਦੇ ਆਧਾਰ ਤੇ ਦਿੰਦੇ ਹਨ। ਵੀਰ ਜੀ ਨੂੰ ਜੀ ਆਖਦੇ ਤੇ ਗੁਰੂ ਫਤਿਹ ਸਾਂਝੀ ਕਰਦੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਐਪੀਸੋਡ ਵਿੱਚ ਵੀਰ ਜੀ ਤੁਸੀਂ ਦੱਸਿਆ ਕਿ ਸਤਿਗੁਰੂ ਜੀ ਸੁਨੀਅਰ ਪਿੰਡ ਦੇ ਵਿੱਚ ਉਹਨਾਂ ਨੇ ਮੁਕਾਮ ਕੀਤਾ ਤੇ ਉੱਥੇ ਜਿਹੜਾ ਸੀ ਕਪੂਰਾ ਜਿਹੜਾ ਆਇਆ ਉਹਨੇ ਆਪਣੀ ਭੁੱਲ ਬਖਸ਼ਾਈ ਤੇ ਜਿਸ ਤਰ੍ਹਾਂ ਸਤਿਗੁਰੂ ਜੀ ਨੇ ਉਸਨੂੰ ਵਰ ਵੀ ਦਿੱਤਾ ਤੇ ਉਹਨੂੰ ਨਾਲੇ ਚੇਤੰਨ ਰਹਿਣ ਲਈ ਵੀ ਕਿਹਾ। ਇਹਦੇ ਬਾਰੇ ਤੁਸੀਂ ਸੰਗਤਾਂ ਦੇ ਨਾਲ ਸਾਂਝ ਪਾਈ ਆ। ਸੁਨਿਆਰ ਪਿੰਡ ਤੋਂ ਸਤਿਗੁਰੂ ਜੀ ਨੇ ਕਿਸ ਪਾਸੇ ਵੱਲ ਨੂੰ ਮੁਕਾਮ ਕੀਤਾ ਤੇ ਉਸ ਤੋਂ ਬਾਅਦ ਕਹਿ ਦਿਓ ਕਿ ਜਦੋਂ ਵੀ ਜਿੱਥੇ ਵੀ ਸਤਿਗੁਰੂ ਜਾਂਦੇ ਸੀ ਉੱਥੇ ਕੋਈ ਨਾ ਕੋਈ ਕੌਤਕ ਵਰਤਦਾ ਜ਼ਰੂਰ ਸੀ। ਹੋਰ ਕਿਹੜੀ ਜਗ੍ਹਾ ਥਾਣੀ ਸਤਿਗੁਰੂ ਜੀ ਗਏ ਤੇ ਉਹਦੇ ਬਾਰੇ ਸੰਗਤਾਂ ਦੇ ਨਾਲ ਤੁਸੀਂ ਅੱਜ ਦੇ ਐਪੀਸੋਡ ਵਿੱਚ ਸਾਂਝ ਪਾਓ। ਤੇ ਨਾਲ ਹੀ ਨਾਲ ਜਿਹੜੇ ਸਤਿਗੁਰੂ ਜੀ ਨੂੰ ਇੱਕ ਖਬਰ ਮਿਲ ਰਹੀ ਸੀ ਕਿ ਜਿਹੜੀਆਂ ਸਰਹੰਦ ਤੋਂ ਫੌਜਾਂ ਚੜ੍ਹ ਕੇ ਆ ਰਹੀਆਂ ਨੇ ਉਹਦੇ ਬਾਰੇ ਵੀ ਸਤਿਗੁਰੂ ਜੀ ਨੇ ਵਿਉਂਤਬੰਦੀ ਬਣਾਉਣੀ ਸੀ, ਕਿਉਂਕਿ ਜਿੱਦਾਂ ਸਤਿਗੁਰੂ ਜੀ ਨੇ ਆਪ ਆਪਣੇ ਸਿੱਖਾਂ ਨੂੰ ਕਹਿੰਦੇ ਸੀ ਚੇਤੰਨ ਰਹਿਣਾ ਤੇ ਪਰ ਸਤਿਗੁਰੂ ਜੀ ਤਾਂ ਹਰ ਵੇਲੇ ਚੇਤੰਨ ਸੀ, ਪਰ ਪਲੈਨਿੰਗ ਕਰਨੀ ਜਿਹੜੀ ਸੀ ਉਸ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਸੀ। ਇਹਦੇ ਬਾਰੇ ਸੰਗਤਾਂ ਦੇ ਨਾਲ ਤੁਸੀਂ ਜ਼ਰੂਰ ਸਾਂਝ ਪਾਓ। ਜੀ ਤੁਹਾਡਾ ਧੰਨਵਾਦ। ਇੱਕੋ ਵਾਰੀ ਬਹੁਤ ਸਾਰੇ ਸਵਾਲ ਤੁਸੀਂ ਜੀ ਕਰ ਦਿੱਤੇ ਆ। ਹਾਂਜੀ, ਸਤਿਗੁਰੂ ਬਖਸ਼ਿਸ਼ ਕਰੇ ਆਪਾਂ ਵਾਰੀ ਵਾਰੀ ਇਹਨਾਂ ਸਾਰਿਆਂ ਦੀ ਕੁੰਡੀ ਖੋਲਦੇ ਹਾਂ। ਜੀ ਜਦੋਂ ਸਿੱਖ ਨੂੰ ਆਪਾਂ ਚੇਤੰਨ ਹੋਣ ਦੀ ਗੱਲ ਕਰਦੇ ਆ ਨਾ ਤੇ ਉਹਦੇ ਨਾਲ ਜਦੋਂ ਸਤਿਗੁਰੂ ਦੀ ਗੱਲ ਕਰਦੇ ਆ ਤਾਂ ਸਤਿਗੁਰੂ ਬਾਰੇ ਤਾਂ ਐਲਾਨ ਹੀ ਹੈ ਕਿ ਸਤਿਗੁਰੂ ਜਾਗਤਾ ਹੈ ਦਿਓ। ਜੀ ਜੀ ਸਤਿਗੁਰੂ ਹਮੇਸ਼ਾ ਜਾਗਦਾ, ਸਤਿਗੁਰੂ ਹਮੇਸ਼ਾ ਜਾਗਰਤ ਆ। ਹਾਂਜੀ, ਸਤਿਗੁਰੂ ਹਮੇਸ਼ਾ ਚੇਤੰਨ ਆ। ਸਤਿਗੁਰੂ ਦੇ ਵਿੱਚੋਂ ਤੇ ਚੇਤਨਤਾ ਪ੍ਰਗਟ ਹੁੰਦੀ ਆ ਤੇ ਸਤਿਗੁਰੂ ਤਦੇ ਹੀ ਸਿੱਖ ਨੂੰ ਹਮੇਸ਼ਾ ਚੇਤੰਨ ਰਹਿਣ ਲਈ ਕਹਿੰਦਾ। ਜੀ ਸਿੱਖ ਨੇ ਗੁਰੂ ਵਰਗੇ ਬਣਨਾ ਆ। ਹਾਂਜੀ, ਬੇਸ਼ੱਕ ਗੁਰੂ ਨਹੀਂ ਬਣਨਾ, ਜੀ ਜੀ, ਗੁਰੂ ਦੀ ਰੀਸ ਨਹੀਂ ਕਰਨੀ, ਪਰ ਪਰ ਚੱਲਣਾ ਤਾਂ ਉਹਨਾਂ ਮਾਰਗਾਂ ਤੇ ਹੀ ਆ ਜਿੱਥੇ ਗੁਰੂ ਸਾਹਿਬ ਚੱਲ ਕੇ ਗਏ, ਜਿਹੜੇ ਗੁਰੂ ਨੇ ਪੂਰਨੇ ਪਾਏ ਆ। ਹਾਂਜੀ, ਅੱਖਰ ਤਾਂ ਉੱਥੇ ਹੀ ਪਾਉਣੇ ਆ। ਜੀ ਜੀ, ਪਰ ਉਹ ਰੀਸ ਨਹੀਂ, ਉਹ ਇੱਕ ਤਰ੍ਹਾਂ ਦੀ ਪੈਰੋਕਾਰੀ ਆ। ਹਾਂਜੀ, ਪੈਰੋਕਾਰ ਬਣ ਕੇ ਰਹਿਣਾ। ਸੋ ਸਤਿਗੁਰੂ ਜੀ ਪਿੰਡ ਸੁਨੀਅਰ ਤੋਂ ਜਿਵੇਂ ਤੁਸੀਂ ਦੱਸਿਆ ਉੱਥੋਂ ਸਤਿਗੁਰੂ ਨੇ ਕੂਚ ਦਾ ਹੁਕਮ ਦਿੱਤਾ। ਹਾਂਜੀ, ਸਰਹੰਦ ਦੀਆਂ ਫੌਜਾਂ ਦਾ ਆਉਣਾ ਸੁਣਿਆ ਸੀ। ਹਾਂਜੀ, ਕੋਟਕਪੂਰੇ ਵਾਲਾ ਕਪੂਰਾ ਕੋਟਕਪੂਰੇ ਨੂੰ ਚਲੇ ਗਿਆ। ਹਾਂਜੀ, ਤੇ ਸਤਿਗੁਰੂ ਨੇ ਉੱਥੋਂ ਖਦਰਾਣੇ ਦੀ ਢਾਬ ਵੱਲ ਨੂੰ ਰਸਤਾ ਫੜ ਲਿਆ। ਉਹਨਾਂ ਐਲਾਨ ਕਰਤਾ ਸੀ ਖਦਰਾਣੇ ਦੀ ਢਾਬ ਤੇ ਕਪੂਰੇ ਨੂੰ ਕਹਿ ਦਿੱਤਾ ਸੀ, ਐਲਾਨ ਕਰ ਦਿੱਤਾ ਸੀ ਸਤਿਗੁਰੂ। ਹਾਂਜੀ, ਅਸੀਂ ਮੁਗਲ ਫੌਜਾਂ ਨੂੰ ਮਾਰਨ ਦਾ ਸਬੱਬ ਜਿਹੜਾ ਖਦਰਾਣੇ ਦੀ ਢਾਬ ਤੇ ਬਣਾਇਆ ਹੈ ਤੇ ਖਦਰਾਣੇ ਦੀ ਢਾਬ ਦਾ ਜਿਹੜਾ ਸ਼ਾਰਟਕਟ ਰਸਤਾ ਦੱਸਣ ਦੇ ਲਈ, ਜਿਹਨੂੰ ਆਪਾਂ ਕਹਿੰਦੇ ਕੋਈ ਛੋਟਾ ਰਾਹ, ਕੋਈ ਸਿੱਧਾ ਰਾਹ, ਡਾਂਡੇ ਮਿੰਡੀ ਵਾਲਾ ਰਾਹ ਜਿਹੜਾ ਸੀ, ਵਿੱਚੋਂ ਰਸਤੇ ਨਹੀਂ, ਸਿੱਧਾ ਹੀ ਖੇਤਾਂ ਦੇ ਵਿੱਚ ਕੋਈ ਰਸਤਾ ਜਿਹੜਾ ਹੋਵੇ, ਕੋਈ ਵਧੀਆ ਜਿੱਥੋਂ ਘੋੜੇ ਜਾ ਸਕਦੇ, ਸਾਰਾ ਕੁਝ ਜਾ ਸਕਦਾ ਹੋਵੇ, ਉਹ ਦੱਸਣ ਲਈ ਕਪੂਰੇ ਦਾ ਨੌਕਰ ਖਾਨਾ ਜਿਹੜਾ ਸੀਗਾ ਆਪਣੇ ਨਾਲ 2 ਸਵਾਰ ਲੈ ਕੇ ਸਤਿਗੁਰੂ ਦੇ ਨਾਲ ਤੁਰ ਪਿਆ ਆ। ਹਾਂਜੀ, ਸਤਿਗੁਰੂ ਪਿੰਡ ਸੁਨੀਅਰ ਤੋਂ ਤੁਰੇ ਆ, ਪਿੰਡ ਤਪਿਆਣਾ ਲੰਘੇ ਆ। ਹਾਂਜੀ, ਤਪਿਆਣਾ ਆਉਂਦਾ, ਅੱਗੇ ਤਪਿਆਣਾ ਲੰਘੇ, ਤਪਿਆਣੇ ਤੋਂ ਥੋੜਾ ਜਿਹਾ ਜਦੋਂ ਅੱਗੇ ਲੰਘੇ ਜਿਹੜਾ ਜੰਗਲ ਦਾ ਰਸਤਾ, ਇੱਕ ਤਰ੍ਹਾਂ ਛੋਟਾ ਰਸਤਾ ਚੁੱਲਿਆ ਤਪਿਆਣੇ ਤੋਂ, ਜਿਹੜਾ ਖਾਨੇ ਨੇ ਜਿੱਦਾਂ ਦੱਸਿਆ ਆਹ ਸਿੱਧਾ ਰਸਤਾ ਹੈ। ਹਾਂਜੀ, ਡਾਂਡੀ ਮਿੰਡੀ ਦਾ, ਡਾਂਡਾ ਮਿੰਡਾ ਸ਼ਬਦ ਮੈਨੂੰ ਚੰਗਾ ਲੱਗਦਾ। ਹਾਂਜੀ, ਇਹ ਆਪਾਂ ਪਿੰਡਾਂ 'ਚ ਵਰਤਦੇ ਹੁੰਦੇ, ਪੈ ਹੁੰਦੇ ਸੀਗੇ, ਜੀ, ਉਹ ਪੈਸਿਆਂ ਦਾ ਨਹੀਂ ਚੱਲ ਜਾਣਾ, ਸੜਕਾਂ ਥਾਂ ਨਹੀਂ, ਜਿਹੜਾ ਗਾਡੀ ਦਾ ਉਹ ਨਹੀਂ, ਜਿੱਥੋਂ ਗੱਡਾ ਲੰਘਦਾ ਉਹ ਨਹੀਂ। ਹਾਂਜੀ, ਪਰ ਜਿਹੜੇ ਡਾਂਡੇ ਮਿੰਡੀ ਡੰਡੀ ਜਿੱਥੋਂ ਦੀ ਡੰਡੀ ਪਿਆ ਹੋਈਆਂ ਉਹ ਡਾਂਡਾ ਮਿੰਡਾ ਸ਼ਬਦ। ਤੇ ਉੱਥੋਂ ਜੀ ਲੰਘਣ ਲੱਗੇ ਹੋਏ ਤੇ ਰਸਤੇ ਜਦੋਂ ਤਪਿਆਣਾ ਗਾਂ ਲੰਘਿਆ ਹੋਏ ਆ, ਹਾਂਜੀ, ਖੇਤਾਂ ਦੇ ਵਿੱਚੋਂ ਦੀ ਜਾਂ ਉਜਾੜ ਦੇ ਵਿੱਚੋਂ ਦੀ ਜਾ ਕੇ ਜਾਂ ਝਿੜੀਆਂ ਦੇ ਵਿੱਚੋਂ ਦੀ ਜਾ ਕੇ ਵਣ ਦੇ ਵਿੱਚੋਂ ਦੀ ਜਾ ਕੇ ਜੰਗਲ ਦੇ ਵਿੱਚੋਂ ਜੋ ਸਤਿਗੁਰੂ ਲੰਘੇ ਜਾ ਰਿਹਾ ਤੇ ਉੱਥੇ ਯੁਵਰਾਜ ਵੜਿੰਗ ਨਾਂ ਦਾ, ਵੜਿੰਗ ਗੋਤ ਆ ਉਹਦੀ, ਜ਼ਿਮੀਂਦਾਰ ਆ,
जुगराज ਨਾਂ ਹੈ, जुगराज वड़िंग ਨਾਂ ਦਾ ਇੱਕ ਕਿਸਾਨ ਸਤਿਗੁਰੂ ਨੂੰ ਮਿਲਿਆ, ਜ਼ਿਮੀਂਦਾਰ ਮਿਲਿਆ ਜੀ। ਉਹਨੇ ਸਤਿਗੁਰੂ ਨੂੰ ਪਛਾਣਿਆ, ਹਾਂਜੀ ਸਤਿਗੁਰੂ ਨੂੰ ਪਛਾਣ ਕੇ ਹੱਥ ਜੋੜ ਦਿੱਤੇ ਆ, ਹੱਥ ਜੋੜ ਕੇ ਨਮਸਕਾਰ ਕੀਤੀ ਆ, ਡੰਡੌਤ ਕੀਤੀ ਤੇ ਡੰਡੌਤ ਕਰਕੇ ਫਿਰ ਕਹਿੰਦਾ ਸਤਿਗੁਰੂ ਜੀ ਮੈਨੂੰ ਕੋਈ ਸੇਵਾ ਦੱਸੋ, ਮੈਨੂੰ ਮੈਂ ਸੁਣਿਆ ਕਿ ਤੁਹਾਡੀ ਸੇਵਾ ਕਰਕੇ ਬੰਦਾ ਧਨ ਹੋ ਜਾਂਦਾ ਆ, ਉਹਦਾ ਜੀਵਨ ਸਫਲ ਹੋ ਜਾਂਦਾ, ਮੈਨੂੰ ਕੋਈ ਸੇਵਾ ਦੱਸੋ ਮੇਰਾ ਵੀ ਜੀਵਨ ਸਫਲ ਹੋ ਜਾਏ। ਤੇ ਸਤਿਗੁਰੂ ਕਹਿੰਦੇ ਤੇਰੇ ਲਈ ਸੇਵਾ ਬੜੀ ਸੌਖੀ ਆ ਕਿ ਗੋਜ ਗੱਲ ਜੀ ਕੀ ਕੀਚੇ ਸਤਿਗੁਰੂ ਪਾਸ ਗੁਰਬਾਣੀ ਨੇ ਕਿਹਾ ਹੋਇਆ, ਗੱਲ ਬਾਹਰ ਨਾ ਨਿਕਲੇ ਗੁਰਬਾਣੀ ਦੇ ਸ਼ਬਦ ਕਿ ਅਸੀਂ ਇੱਧਰ ਨੂੰ ਜਾ ਰਹੇ ਹਾਂ, ਕਿਸੇ ਨੂੰ ਪਤਾ ਨਾ ਲੱਗੇ। ਗੋਜ ਰੱਖਣਾ ਗੱਲ ਦਾ, ਗੋਜ ਰੱਖਣਾ, ਗੁਪਤ ਰੱਖਣਾ, ਭੇਤ ਰੱਖਣਾ ਆ। ਤੇ ਜਿੱਧਰ ਨੂੰ ਤੂੰ ਜਾ ਰਿਹਾ ਹੁਣ, ਹਾਂਜੀ, ਉਧਰਲੇ ਬੰਨੇ ਮੁਗਲ ਫੌਜਾਂ ਆ ਰਹੀਆਂ, ਹਾਂਜੀ, ਤੈਨੂੰ ਫੌਜਾਂ ਨੇ ਮਿਲਣਾ ਆ ਜੰਗਲ ਦੇ ਵਿੱਚੋਂ ਤੂੰ ਲੰਘਿਆ ਜਾ ਰਿਹਾ, ਉਹਨਾਂ ਨੇ ਤੈਨੂੰ ਮਿਲਣਾ ਆ ਤੇ ਉਹਨਾਂ ਨੇ ਤੈਨੂੰ ਪੁੱਛਣਾ ਵੀ ਇਧਰਲੇ ਬੰਨੇ ਕਿਤੇ ਗੁਰੂ ਗੋਬਿੰਦ ਸਿੰਘ ਦੇਖਿਆ, ਹਾਂਜੀ। ਤੇ ਜੋਗਿੰਦਰ ਵੜਿੰਗ ਤੂੰ ਇੱਕੋ ਹੀ ਗੱਲ ਕਹਿਣੀ ਆ, ਹਾਂਜੀ, ਤੁਰਕਾਂ ਦੇ ਉਸ ਦਲ ਨੂੰ ਜੀ ਕਿ ਮੈਂ ਨਹੀਂ ਦੇਖਿਆ, ਵੀ ਇਹ ਨਹੀਂ ਦੇਖਿਆ। ਅੱਛਾ ਤੂੰ ਇੱਕ ਗੱਲ ਕਰ ਰਹੀ ਆ ਤੇ ਤੂੰ ਜੇ ਕਹਿਣੀ ਆ ਕੋਈ ਗੱਲ, ਹਾਂਜੀ, ਤੇ ਉਹਨਾਂ ਤੁਰਕਾਂ ਨੂੰ ਉਜੜੇ ਪਾਉਣਾ ਆ, ਇਹ ਤੇਰੀ ਡਿਊਟੀ ਹੋ ਗਈ, ਤੇਰੀ ਸੇਵਾ ਹੋ ਗਈ, ਠੀਕ ਹੈ। ਤੂੰ ਤੁਰਕਾਂ ਨੂੰ ਉਜੜੇ ਪਾਉਣਾ ਆ, ਹਾਂਜੀ, ਉਹਨਾਂ ਨੂੰ ਕੋਈ ਵੱਖਰੇ ਰਸਤੇ ਪਾ ਲਓ, ਜੰਗਲ ਦੇ ਕਿਸੇ ਹੋਰ ਰਸਤੇ ਤੇ ਨਿਕਲ ਜਾਣ, ਅਸੀਂ ਸਿੱਧੇ ਨਿਕਲ ਜਾਈਏ, ਅਸੀਂ ਨਿਕਲਣਾ ਆ ਤਾਂ ਕਿ ਅਸੀਂ ਆਪਣੇ ਟਿਕਾਣੇ ਤੇ ਜਿੱਥੇ ਜਾਣਾ ਚਾਹੁੰਦੇ ਉੱਥੇ ਅਸੀਂ ਪਹੁੰਚ ਸਕੀਏ, ਟਾਈਮ ਸਿਰ ਸਮੇਂ ਸਿਰ ਪਹੁੰਚ ਸਕੀਏ। ਅਸੀਂ ਇਹਨਾਂ ਤੋਂ ਪਹਿਲਾਂ ਪਹੁੰਚ ਕੇ ਸਾਨੂੰ ਇਹਨਾਂ ਨੂੰ ਉਜੜੇ ਪਾ ਦੇ ਇੰਨਾ ਕਿ ਸਾਨੂੰ ਸਮਾਂ ਮਿਲ ਜਾਏ ਜੰਗ ਦੀ ਤਿਆਰੀ ਦਾ, ਤੇ ਜਦੋਂ ਜੰਗ ਦੀ ਤਿਆਰੀ ਦਾ ਸਾਨੂੰ ਸਮਾਂ ਮਿਲ ਜੂਗਾ ਅਸੀਂ ਇਹਨਾਂ ਦੰਦ ਖੱਟੇ ਕਰਾਂਗੇ। ਤੇਰੀ ਸੇਵਾ ਪੈ ਗਈ ਵਿੱਚ ਜੀ, ਤੇਰੀ ਧਰਮ ਯੁੱਧ ਦੇ ਵਿੱਚ ਜਿਹੜਾ ਧਰਮ ਯੁੱਧ ਚੱਲ ਰਿਹਾ ਆ, ਇੰਨੇ ਨਾਲ ਹੀ ਸੇਵਾ ਪੈ ਗਈ ਕਿ ਤੁਰਕਾਂ ਦੀ ਇਸ ਫੌਜ ਨੂੰ ਉਜੜੇ ਪਾ ਦੇਣਾ। ਮੈਂ ਤੁਹਾਨੂੰ ਰਸਤਾ ਪੁੱਛਣਾ ਆ, ਜੇ ਤੁਹਾਨੂੰ ਰਸਤਾ ਪੁੱਛਣ ਤੇ ਫਿਰ ਤੂੰ ਨਾ ਕਹਿਣਾ ਵੀ ਇਹਨੂੰ ਜੰਗਲ ਦੇ ਕਿਸੇ ਹੋਰ ਪਾਸੇ ਪਾ ਦੇਣਾ, ਠੀਕ। ਸੋ ਇੱਕ ਨੀਤੀ ਸਤਿਗੁਰੂ ਦੀ ਜਾਂ ਸਤਿਗੁਰੂ ਕਹਿ ਇਲਾਕੇ ਦੀ ਪਰਖ ਕਹਿ ਲਓ ਜਾਂ ਬੰਦੇ ਦੀ ਪਰਖ ਕਹਿ ਲਓ, ਆਹ ਤੂੰ ਕੁਛ ਕਰਨਾ ਆ, ਉਹ ਸਾਡੇ ਮਗਰ ਨਾ ਆਉਣ, ਉਹ ਜਿਹੜੇ ਪੈ ਜਾਣਗੇ। ਇਹ ਤੇਰੀ ਡਿਊਟੀ ਆ ਤੇ ਸਾਨੂੰ ਜੰਗ ਦਾ ਸਮਾਂ ਮਿਲ ਜੂ, ਤੇਰਾ ਧਰਮ ਚ ਹਿੱਸਾ ਪੈ ਜਾਊਗਾ, ਤੇਰਾ ਜਨਮ ਸਫਲ ਜੇ ਤੂੰ ਕੰਮ ਕਰ ਲਿਆ ਤਾਂ ਜੀ। ਉਹ ਕਹਿੰਦਾ ਸਤਿਗੁਰੂ ਜੀ ਇੱਦਾਂ ਹੀ ਕਰੂੰਗਾ, ਹਾਂਜੀ, ਇਦੋਂ ਸੌਖੀ ਹੋਰ ਕਿਹੜੀ ਸੇਵਾ ਹੋ ਸਕਦੀ ਆ। ਇੰਨਾ ਕਹਿ ਕੇ ਸਤਿਗੁਰੂ ਅੱਗੇ ਨਿਕਲ ਗਿਆ। ਜੋਗਿੰਦਰ ਵੜਿੰਗ ਜਿਹੜਾ ਆ ਬਿਲਕੁਲ ਜੁਗਰਾਜ ਵੜਿੰਗ, ਹਾਂਜੀ, ਉਹ ਪਿੱਛੇ ਵੱਲ ਨੂੰ ਤੁਰ ਪਿਆ ਆ, ਪਿੰਡਾਂ ਨੂੰ ਤੁਰ ਪਿਆ ਆ। ਤੇ ਕੁਛ ਚਿਰ ਬਾਅਦ ਜਦੋਂ ਸਤਿਗੁਰੂ ਗਾਂਹ ਜਾ ਰਿਹਾ, ਜਿਹੜਾ ਸਤਿਗੁਰੂ ਦਾ ਸੂਈਆ ਸੀ, ਸਤਿਗੁਰੂ ਨੇ ਸੂਈ ਛੱਡੇ ਵੀ ਹੋਏ ਸੀਗੇ, ਅਦਵਾਰੀ ਬੰਦੇ ਜਿਹੜੇ ਸੀਗੇ ਉਸ ਇਲਾਕੇ ਦੇ ਭੇਤੀ ਜਿਹੜੇ ਸੀਗੇ, ਜਿਹੜੇ ਸਤਿਗੁਰੂ ਦਾ ਰਾਬਤਾ ਰੱਖਦੇ ਸੀ ਆਲੇ ਦੁਆਲੇ ਸਾਰਾ, ਕਿਉਂਕਿ ਸਤਿਗੁਰੂ ਬੇਪਰਵਾਹ ਆ ਪਰ ਲਾਪਰਵਾਹ ਨਹੀਂ। ਮੈਂ ਪਹਿਲਾਂ ਵਾਰ-ਵਾਰ ਗੱਲ ਕਹਿ ਰਿਹਾ, ਸਿੱਖ ਨੇ ਬੇਪਰਵਾਹ ਹੋਣਾ, ਲਾਪਰਵਾਹ ਨਹੀਂ ਹੋਣਾ। ਉਹ ਅਦਵਾਰੀ ਸੂਈ ਨੇ ਕੁਛ ਚਿਰ ਬਾਅਦ ਆ ਕੇ ਖਬਰ ਦਿੱਤੀ ਜਦੋਂ ਸਤਿਗੁਰੂ ਗਾਂਹ ਨਿਕਲ ਗਿਆ, ਹਾਂਜੀ, ਉਹ ਕਹਿੰਦਾ ਸਤਿਗੁਰੂ ਜੀ ਫੌਜਾਂ ਇਸੇ ਚ ਆ ਰਹੀਆਂ ਜਿੱਧਰ ਨੂੰ ਤੁਸੀਂ ਜਾ ਰਹੇ ਹੋ, ਠੀਕ ਹੈ, ਤੁਹਾਡੇ ਮਗਰ ਮਗਰ ਹੀ ਆ ਰਹੀਆਂ, ਇਸੇ ਤੇਜ਼ੀ ਨਾਲ ਆ ਰਹੀਆਂ, ਹਾਂਜੀ। ਤੇ ਉਹਨਾਂ ਨੂੰ ਇਹ ਰਸਤਾ ਦੱਸਿਆ ਵੀ ਜੁਗਰਾਜ ਵੜਿੰਗ ਨੇ ਆ, ਉਹਨੇ ਕਿਹਾ ਸਤਿਗੁਰੂ ਇੱਧਰ ਨੂੰ ਗਿਆ ਹੈ, ਠੀਕ। ਸੋ ਜੁਗਰਾਜ ਵੜਿੰਗ ਨੇ ਦੱਸ ਕੇ ਰਸਤਾ ਫੌਜਾਂ ਨੂੰ ਇੱਧਰ ਨੂੰ ਤੁਹਾਡੇ ਮੇਰੇ ਤੋਰਿਆ, ਤੇ ਫੌਜਾਂ ਬਾਹੋ ਦਾ ਕਰਦੀਆਂ ਇੱਧਰ ਨੂੰ ਇਸ ਪਾਸੇ ਵੱਲ ਨੂੰ ਆ ਰਹੀਆਂ। ਸਤਿਗੁਰੂ ਨੇ ਸੂਹੀ ਦੀ ਗੱਲ ਸੁਣ ਕੇ ਆਖਿਆ ਵੀ ਜ਼ਿਮੀਂਦਾਰ ਨੂੰ ਗੱਲ ਨਹੀਂ ਬਚੀ, ਇਹ ਪਛਾ ਨਹੀਂ ਸਕਿਆ, ਹਾਂਜੀ। ਨਾਲ ਕਹਿੰਦੇ ਛੋਟੀ ਬਿਰਤੀ ਵਾਲੇ ਲੋਕ ਛੇਤੀ ਆਫਰ ਜਾਂਦੇ ਆ, ਇਹਨੂੰ ਵੀ ਫਾਰਾ ਹੋ ਗਿਆ, ਹਾਂਜੀ, ਬਿਰਤੀ ਛੋਟੀ ਸੀਗੀ, ਹਾਂਜੀ, ਬਖਸ਼ਿਸ਼ ਵੱਡੀ ਸੀ, ਛੋਟੀ ਜੀ ਸੇਵਾ ਬੰਦੇ ਵੱਡੀ ਬਖਸ਼ਿਸ਼ ਵਾਲੀ ਜੀ ਭਲਾਉਣਾ ਸੀਗਾ। ਤੇ ਛੋਟੀ ਬਿਰਤੀ ਵਾਲੇ ਲੋਕ ਛੇਤੀ ਆਫਰ ਜਾਂਦੇ, ਢਿੱਡ 'ਚ ਗੱਲ ਨਹੀਂ ਪਹੁੰਚਾ ਸਕਦੇ ਹੁੰਦੇ, ਇਹਨਾਂ ਨੂੰ ਪਛਦਾ ਕੁਛ ਨਹੀਂ ਹੁੰਦਾ ਛੋਟੀ ਬਿਰਤੀ ਵਾਲੇ ਲੋਕਾਂ ਨੂੰ। ਤੇ ਇਹ ਹੁਣ ਆਪਣੇ ਨੇ ਕਰਮਾਂ ਨੇ ਆਪਣੇ ਕਰਮ ਬਣਾ ਲਿਆ, ਇਹਨਾਂ ਦੇ ਇਹ ਅਫਾਰੇ ਨਾਲ ਹੀ ਮਰੂਗਾ ਤੇ ਅਫਾਰੇ ਨਾਲ ਹੀ ਦਾ ਖਾਣ ਅੰਦਰ ਬੈਠ ਖਾਊਗਾ। ਤੇ ਮੈਨੂੰ ਕੋਈ ਗੁਰਸਿੱਖ ਉਸ ਇਲਾਕੇ ਦਾ ਕਹਿ ਰਿਹਾ ਸੀ ਕਿ ਅੱਜ ਤੱਕ ਵੀ ਉਸ ਇਲਾਕੇ ਦੇ ਵਿੱਚ ਉਹਨਾਂ ਦਾ ਵੜਿੰਗਾਂ ਦਾ ਜਿਹੜਾ ਟੱਬਰ ਆ, ਹਾਂਜੀ, ਬਹੁਤੀਆਂ ਮੌਤਾਂ ਅਫਾਰੇ ਨਾਲ ਹੁੰਦੀਆਂ। ਠੀਕ ਹੈ। ਇਹ ਸਤਿਗੁਰੂ ਆਪਣੇ ਚੋਜ ਆ। ਸਤਿਗੁਰੂ ਇਹਦੇ ਨਾਲ ਇੱਕ ਗੱਲ ਦੱਸਣੀ ਚਾਹੁੰਦੇ ਆ ਕਿ ਸਿੱਖ ਦਾ ਦਿਲ ਦਰਿਆ ਵਰਗਾ, ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਨਾਂ ਦੀਆਂ ਜਾਣੇ, ਖੂਹ ਵਰਗਾ ਹੋਵੇ ਜੀ। ਜਿਹੜੀ ਗੱਲ ਇੱਕ ਵਾਰੀ ਵਿੱਚ ਪੈ ਗਈ ਆ, ਹਾਂਜੀ, ਜੇ ਨਹੀਂ ਕੱਢਣ ਦੀ ਲੋੜ ਤੇ ਨਹੀਂ ਕੱਢਣੀ ਚਾਹੀਦੀ। ਸਿੱਖ ਨੇ ਚੁਗਲੀ ਨਹੀਂ ਕਰਨੀ, ਸਿੱਖ ਨੇ ਨਿੰਦਾ ਨਹੀਂ ਕਰਨੀ, ਸਿੱਖ ਨੇ ਨੁਕਸਾਨ ਨਹੀਂ ਕਰਨਾ ਕਿਸੇ ਦਾ ਜੀ, ਦੇਖ ਕੇ ਅੰਡਿਠ ਕਰਨਾ ਆ। ਔਰ ਜੇ ਕਿਸੇ ਦਾ ਔਗਣ ਵੀ ਦੇਖ ਲਿਆ ਤੇ ਦੇਖ ਕੇ ਅੰਡਿਠ ਕਰਨ ਦੀ ਗੱਲ ਦਾ ਪਰਦਾਸ ਕਹਿੰਦੇ ਆ।
जे किसी की माड़ी गल सुन भी लई है तो उसकी डौंडी नहीं पिटनी, मुनादी नहीं देनी। छोटी बिरती वाले लोग होंगे आ ਜਿਹੜੇ ਮੁਨਾਦੀਆਂ ਪੁੱਟਣ ਲੱਗ ਪੈਂਦੇ, ਡੋਂਡੀਆਂ ਦੇਣ ਲੱਗ ਪੈਂਦੇ ਆ, ਜਿਹੜੇ ਕਿਸੇ ਦੇ ਨੂੰ ਨੀਵਾਂ ਦਿਖਾਉਣ ਦੇ ਲਈ ਅਸਲ 'ਚ ਭਾਵਨਾ ਹੁੰਦੀ ਵੀ ਮੈਂ ਉੱਚਾ ਦੂਜਾ ਨੀਵਾਂ, ਹਾਂਜੀ ਮੈਂ ਚੰਗਾ ਤੇ ਦੂਜਾ ਮਾੜਾ, ਤੇ ਦੂਜਿਆਂ ਨੂੰ ਨੀਵੇਂ ਬਣਾ ਕੇ ਜਿਹੜਾ ਆਪ ਉੱਚਾ ਬਣਨ ਦੀ ਕੋਸ਼ਿਸ਼ ਕਰਦਾ ਕਦੀ ਉੱਚਾ ਨਹੀਂ ਹੁੰਦਾ। ਜੀ ਜੀ ਉੱਚਾ ਬੰਦਾ ਤਾਂ ਉਹ ਆ ਕੇ ਜਿਹਦੇ ਕੋਲ ਬੈਠੀਏ ਤੇ ਤੁਸੀਂ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਨਾ। ਜੀ ਵੱਡਾ ਬੰਦਾ ਉਹੀ ਹੁੰਦਾ ਹਾਂਜੀ ਜਿਹਦੇ ਕੋਲ ਜਿਹੜਾ ਮਰਜ਼ੀ ਬੈਠ ਜਾਓ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਨਾ ਜੀ ਕਿ ਵਾਹ ਉਹਦੇ ਕੋਲ ਬੈਠੇ ਸੀ ਆਨੰਦ ਆ ਗਿਆ, ਕੋਈ ਬੜਾ ਕੁਛ ਮਿਲਿਆ, ਬੜਾ ਕੁਛ ਮਿਲਿਆ। ਤੇ ਜੇ ਕਿਸੇ ਕੋਲ ਬੈਠ ਕੇ ਤੁਸੀਂ ਨੀਵਾਂ ਮਹਿਸੂਸ ਕਰ ਰਹੇ ਆ, ਤੁਸੀਂ ਛੋਟਾ ਮਹਿਸੂਸ ਕਰ ਰਹੇ ਆ, ਸਮਝ ਲਓ ਬੰਦਾ ਵੀ ਛੋਟਾ ਹੀ ਆ, ਫਿਰ ਉਹਦੀ ਬਿਰਤੀ ਛੋਟੀ ਆ। ਸਤਿਗੁਰੂ ਸਿੱਖਿਆ ਦੇਣੀ ਚਾਹੁੰਦੇ ਸੀ ਉਸ ਜੁਗਰਾਜ ਬੜਿੰਗ ਦੇ ਰਾਹੀਂ ਸਾਨੂੰ ਗੋਝ ਗੱਲ ਕੀ, ਔਰ ਜਿਨ੍ਹਾਂ ਕੌਮਾਂ ਨੇ ਰਾਜ ਲੈਣੇ ਹੋਣ, ਜਿਨ੍ਹਾਂ ਕੌਮਾਂ ਨੇ ਬਗਾਵਤਾਂ ਕਰਨੀਆਂ ਹੋਣ, ਜਿਨ੍ਹਾਂ ਕੌਮਾਂ ਨੇ ਸਮਾਜ ਸਿਰਜਣੇ ਹੋਣ, ਉਹਨਾਂ ਨੂੰ ਬੜੇ ਭੇਤ, ਖਾਸ ਕਰਕੇ ਆਗੂਆਂ ਨੂੰ ਬੜੇ ਭੇਤ ਦਿਲਾਂ 'ਚ ਛੁਪਾ ਕੇ ਰੱਖਣੇ ਪੈਂਦੇ। ਜੇ ਅਸੀਂ ਭੇਦ ਨਹੀਂ ਛੁਪਾ ਸਕਦੇ ਨਾ ਰਾਜ ਨਹੀਂ ਕਰ ਸਕਦੇ, ਰਾਜ ਵੀ ਨਹੀਂ ਲੈ ਸਕਦੇ। ਇੱਕ ਸ਼ਬਦ ਰਾਜ ਆ, ਹਾਂਜੀ ਇੱਕ ਸ਼ਬਦ ਰਾਜ ਆ, ਰਾਜ ਜੱਜੀ ਪੈਰੀ ਜੀ ਜੀ ਜੇ ਅਸੀਂ ਰਾਜ ਛੁਪਾ ਸਕਾਂਗੇ ਤੇ ਫਿਰ ਰਾਜ ਲਵਾਂਗੇ। ਹਾਂਜੀ ਬਸ ਇੰਨੀ ਗੱਲ ਆ। ਤੇ ਜੇ ਨਹੀਂ ਅਸੀਂ ਕਿਸੇ ਦਾ ਰਾਜ ਛੁਪਾ ਹੀ ਨਹੀਂ ਸਕਦੇ ਤੇ ਫਿਰ ਅਸੀਂ ਰਾਜ ਲੈ ਨਹੀਂ ਸਕਦੇ। ਇਹ ਗੱਲ ਪਹਿਲੀ ਆ ਖਾਲਸਾ ਰਾਜ ਕਿਵੇਂ ਬਣਿਆ, ਸਤਿਗੁਰੂ ਨਾਲ ਸਿੱਖਿਆ ਦੇਈ ਜਾ ਰਿਹਾ ਆਉਣ ਵਾਲੇ ਸਮਿਆਂ ਦੇ ਲਈ ਵੀ। ਤੇ ਇਹ ਜਿਹੜੀ ਸਤਿਗੁਰੂ ਦੀ ਸਿੱਖਿਆ ਸਦਾ ਸਦਾ ਲਈ ਆ। ਖੈਰ ਸਤਿਗੁਰੂ ਉੱਥੋਂ ਇਹ ਥੋੜਾ ਜਿਹਾ ਰਸਤਾ ਬਦਲਿਆ ਸਤਿਗੁਰੂ ਨੇ, ਹਾਂਜੀ ਕਿ ਮੁਗਲ ਫੌਜਾਂ ਇੱਧਰ ਨੂੰ ਆ ਰਹੀਆਂ, ਸੇਧ 'ਚ ਆ ਰਹੀਆਂ। ਉਹ ਜੋਗਿੰਦਰ ਜਿਹੜਾ ਜੁਗਰਾਜ ਬੜਿੰਗ, ਹਾਂਜੀ ਉਹਨੇ ਦੱਸਤਾ ਹੈ ਕਿ ਸਤਿਗੁਰੂ ਜੀ ਤਪਿਆਣੇ ਤੋਂ ਫਿਰ ਰਮਿਆਣੇ ਵੱਲ ਨੂੰ ਹੋ ਗਿਆ। ਠੀਕ ਹੈ, ਰਮਿਆਣੇ ਰੁਪਿਆਣੇ ਵੱਲ ਨੂੰ, ਹਾਂਜੀ ਇੱਧਰ ਨੂੰ ਸਤਿਗੁਰੂ ਨੇ ਤਪਿਆਣੇ ਤੋਂ ਜਾਣਾ ਖਿਦਰਾਣੇ ਢਾਲ ਨੂੰ ਸਿੱਧਾ ਸੀਗਾ, ਪਰ ਸਤਿਗੁਰੂ ਇਥੋਂ ਰਮਿਆਣੇ ਵੱਲ ਨੂੰ ਰੁਪਿਆਣੇ ਵੱਲ ਨੂੰ ਹੋ ਗਿਆ। ਥੋੜਾ ਜਿਹਾ ਵਲ ਪਾਇਆ ਕਿ ਫੌਜਾਂ ਨੂੰ ਥੋੜੀ ਝਕਾਨੀ ਦਿੱਤੀ ਜਾ ਸਕੇ। ਜੀ ਉਹ ਜਾਣਦੇ ਜਿੱਦਾਂ ਸਤਿਗੁਰੂ ਇੱਥੋਂ ਥੋੜਾ ਜਿਹਾ ਆਪਣੇ ਹਿਸਾਬ ਨਾਲ ਸਤਿਗੁਰੂ ਦਾ ਰਸਤਾ ਬਦਲਿਆ, ਥੋੜਾ ਜਿਹਾ ਪਿੰਡ ਜੇ ਥੋੜਾ ਦੂਰ ਸੀ, ਜੰਗਲ ਦਾ ਰਸਤਾ ਸੀਗਾ। ਸਤਿਗੁਰੂ ਜਦੋਂ ਤਪਿਆਣੇ ਤੋਂ ਰਮਿਆਣੇ ਵੱਲ ਨੂੰ ਮੁੜਿਆ, ਰੁਪਿਆਣਾ ਨੂੰ ਰਮਿਆਣਾ ਰੁਪਿਆਣਾ ਇਹ ਪਿੰਡ ਆ, ਹਾਂਜੀ ਤਪਿਆਣੇ ਤੋਂ ਜਦੋਂ ਉਧਰ ਨੂੰ ਸਤਿਗੁਰੂ ਮੁੜਿਆ, ਜੰਗਲ ਦਾ ਰਸਤਾ ਆ, ਡਾਂਡੇ ਮਿੰਡੇ ਸਤਿਗੁਰੂ ਜਾ ਰਿਹਾ। ਰਾਹ 'ਚ ਪੀਲੂਆਂ ਦੇ ਤੇ ਡੇਲਿਆਂ ਦੇ ਬੜੇ ਵੱਡੇ ਵੱਡੇ ਬੂਟੇ ਆ, ਜੀ ਤੇ ਇੱਕ ਜ਼ਿਮੀਦਾਰ ਜਿਹੜਾ ਨਾ ਉੱਥੇ, ਹਾਂਜੀ ਉਹ ਪੀਲੂ ਤੋੜ ਤੋੜ ਕੇ ਆਪਣੇ ਝੋਲੇ 'ਚ ਪਾਈ ਜਾ ਰਿਹਾ। ਵੱਡਾ ਝੋਲਾ ਆ ਬੋਰੀਅਤ ਦਾ, ਹਾਂਜੀ ਹਾਂਜੀ ਖੁਰਜੀ ਜੀ, ਉਹਦੇ 'ਚੋਂ ਪੀਲੂ ਤੋੜ ਤੋੜ ਕੇ ਪਾਈ ਜਾ ਰਿਹਾ ਝੋਲੇ ਦੇ ਵਿੱਚ, ਝੋਲਾ ਭਰੀ ਜਾ ਰਿਹਾ ਉਹਦੇ ਨਾਲ। ਹਾਂਜੀ ਸਤਿਗੁਰੂ ਤੁਰਦੇ ਤੁਰਦੇ ਉਹਦੇ ਕੋਲ ਰੁਕ ਗਿਆ। ਹਾਂਜੀ ਹੁਣ ਜੇ ਕਦੇ ਮੈਂ ਕਹਿੰਦਾ ਡਰ ਹੋਵੇ ਨਾ ਕਦੇ ਮੁਗਲ ਫੌਜ ਜਾਂਦਾ ਤੇ ਵੀ ਸਤਿਗੁਰੂ ਰੁਕਣ ਨਾ, ਜੀ ਪਰ ਸਤਿਗੁਰੂ ਆਪਣੇ ਕੌਤਕ ਵਰਤਾਉਂਦੇ ਜਾ ਰਿਹਾ। ਸਤਿਗੁਰੂ ਬੇਪਰਵਾਹ ਤੇ ਉਹਦੇ ਕੋਲ ਰੁਕ ਗਿਆ ਨਾ। ਰੁਕ ਕੇ ਸਤਿਗੁਰੂ ਨੇ ਕਿਹਾ ਕਿਉਂ ਵੀ ਸਿੰਘਾ ਕੀ ਕਰ ਰਿਹਾ? ਹਾਂਜੀ ਉਹ ਕਹਿੰਦਾ ਸਤਿਗੁਰੂ ਜੀ ਪਰਿਵਾਰ ਦੇ ਖਾਣ ਲਈ ਪੀਲੂ ਤੋੜ ਰਿਹਾ, ਡੇਲੇ ਤੋੜ ਰਿਹਾ ਪਰਿਵਾਰ ਦੇ ਖਾਣ ਲਈ। ਸਤਿਗੁਰੂ ਨੇ ਕਿਹਾ ਕਹਿੰਦੇ ਲਿਆ ਕੁਝ ਸਵਾਦ ਦਿਖਾ। ਹਾਂਜੀ ਸਤਿਗੁਰੂ ਦੀ ਆਪਣੀ ਬਖਸ਼ਿਸ਼, ਜੀ। ਸਤਿਗੁਰੂ ਦੀ ਆਪਣੀ ਬਿਰਤੀ, ਸਤਿਗੁਰੂ ਆਪ ਬੇਪਰਵਾਹ, ਲਿਆ ਹੋਏ ਸਵਾਦ ਦਿਖਾ। ਉਹਨੇ ਮੁੱਠਕੂ ਪੀਲੂ ਭਰ ਕੇ ਸਤਿਗੁਰੂ ਦੇ ਰੱਖ ਦਿੱਤੇ। ਹਾਂਜੀ ਸਤਿਗੁਰੂ ਨੇ ਪੀਲੂ ਲੈ ਕੇ ਉਹਦੇ 'ਚ ਇੱਕ ਪੀਲੂ ਛਕਿਆ, ਹਾਂਜੀ ਇੱਕ ਡੇਲਾ ਛਕਿਆ, ਉਹਨਾਂ 'ਚੋਂ ਪੀਲੂ ਛਕਿਆ, ਡੇਲਾ ਛਕਿਆ। ਥੋੜਾ ਜਿਹਾ ਚੱਕ ਕੇ ਡੇਲੇ ਨੂੰ ਆਖਣ ਲੱਗੇ ਵੀ ਕੌੜਾ ਆ, ਕੌੜੇ ਆ ਤੇਰੇ ਡੇਲੇ, ਛੱਡਦੇ ਸਾਰੇ। ਹਾਂਜੀ ਤੇਰੇ ਪੀਲੂ ਦੇ ਡੇਲੇ ਜਿਹੜੇ ਕੌੜੇ ਆ, ਕੌੜੇ, ਹਾਂਜੀ ਜਿਹੜੇ ਇਕੱਠੇ ਕੀਤੇ ਸਿੱਟਦੇ। ਜੀ ਜ਼ਿਮੀਦਾਰ ਨੇ ਸਤਿਗੁਰੂ ਦਾ ਮਾਣ ਰੱਖਦਿਆਂ ਵੀ ਸਤਿਗੁਰੂ ਆ, ਉਹਦੇ 'ਚੋਂ ਆਪਣੀ ਝੋਲੀ 'ਚੋਂ ਹਾਂਜੀ ਥੋੜੇ ਜਿਹੇ ਮੁੱਠ ਭਰ ਕੇ ਸਿੱਟ ਦਿੱਤੇ। ਠੀਕ ਹੈ, ਸਤਿਗੁਰੂ ਕਹਿੰਦੇ ਤੈਨੂੰ ਆਖਿਆ ਸਾਰੇ ਸਿੱਟਦੇ। ਹਾਂਜੀ ਹਾਂਜੀ ਤੇ ਉਹ ਕਹਿੰਦਾ ਹੋਣਾ ਵੀ, ਉਹ ਸੋਚਦਾ ਹੋਣਾ ਵੀ ਮੈਂ ਤੇ ਮਸੀਂ ਇਕੱਠੇ ਕਰਨੇ। ਸਤਿਗੁਰੂ ਨੇ ਤੈਨੂੰ ਕਿਹਾ ਸਾਰੇ ਸਿੱਟਦੇ। ਹਾਂਜੀ ਉਹਨੇ ਇਦਾਂ ਕੀਤਾ, ਚੌਥਾ ਕੋਈ ਜਿਹੜੀ ਚੌਥਾਈ ਕੋਈ ਝੋਲੀ ਸੀ ਉਹ ਖਾਲੀ ਕਰ ਦਿੱਤੀ ਸਤਿਗੁਰੂ ਦੇ ਸਾਹਮਣੇ। ਠੀਕ ਹੈ। ਸਤਿਗੁਰੂ ਨੂੰ ਖੜੇ ਹੋ ਕੇ ਤੁਰ ਪੈਣਗੇ, ਬਾਅਦ ਚੱਕ ਵੀ ਲਊਗਾ, ਮਨ 'ਚ ਵੀ ਸ਼ਾਇਦ ਬੱਤੀ ਹੋਵੇ। ਹਾਂਜੀ ਚੌਥਾਈ ਕਹਿੰਦੇ ਨਾ ਡੁੱਲੇ ਬੇਰਾਂ ਦਾ ਕੀ ਵਿਗੜਿਆ, ਵਿਗੜਿਆ, ਹਾਂਜੀ ਚੁੱਕ ਕੇ ਧੋ ਕੇ ਖਾ ਹੀ ਲੈਣੇ ਆ। ਉਹਨੇ ਚੌਥੀ ਕੋਈ ਚੌਥਾਈ ਕੋਈ ਝੋਲੀ ਜਿਹੜੀ ਸੀਗੀ ਹਾਂਜੀ ਉਹ ਖਾਲੀ ਕਰ ਦਿੱਤੀ। ਸਤਿਗੁਰੂ ਨੇ ਫੇਰ ਆਖਿਆ ਤੈਨੂੰ ਕਿਹਾ ਸਾਰੇ ਸਿੱਟਦੇ, ਹਾਂਜੀ ਕੌੜੇ ਆ, ਕਿਸੇ ਕੰਮ ਦੇ ਨੀ ਗੇ। ਉਹਨੇ ਫੇਰ ਸਤਿਗੁਰੂ ਦੀ ਗੱਲ ਤਾਂ ਮੰਨ ਲਈ ਜੀ, ਔਰ ਇਹ ਵੱਡੀ ਗੱਲ ਹੈ ਸਤਿਗੁਰੂ ਦੀ ਗੱਲ ਮੰਨਣੀ। ਉਹਨੇ ਅੱਧੀ ਕੁ ਝੋਲੀ ਖਾਲੀ ਕਰਤੀ, ਅੱਧੀ ਕੁ ਰੱਖ ਲਈ। ਫਿਰ ਤੀਜੀ ਚੌਥੀ ਦੀ ਕਹਿਣ ਤੇ ਵੀ ਅੱਧੀ ਕੁ ਝੋਲੀ ਫੇਰ ਰੱਖ ਲਈ। ਤੇ ਸਤਿਗੁਰੂ ਨੇ ਉਹਦੀ ਅੱਧੀ ਝੋਲੀ ਦੇਖ ਕੇ ਕਿਹਾ ਤੂੰ ਝੋਲੀ 'ਚ ਤੈਨੂੰ ਕਿਹਾ ਸਾਰੇ ਸਿੱਟਦੇ ਬਚਾ ਦੇ, ਜਦੋਂ ਵੱਡੀਆਂ ਪ੍ਰਾਪਤੀਆਂ ਕਰਨੀਆਂ ਹੋਣ ਉਦੋਂ ਛੋਟੀਆਂ ਚੀਜ਼ਾਂ ਸਿੱਟਣੀਆਂ ਪੈਂਦੀਆਂ। ਉਹ ਜੇ ਤੂੰ ਕੌੜੇ ਕੌੜੇ ਡੇਲਿਆਂ ਤੇ ਪੀਲੂਆਂ ਦੇ ਉੱਤੇ ਪਰਚਿਆ ਰਹੇਗਾ ਹਾਂਜੀ ਤੇ ਉਹ ਜਿਹੜੀ ਉੱਚੀ ਚੋਟੀ ਦੇ ਉੱਤੇ ਆ ਮਿੱਠੇ ਪੀਲੂ ਲੱਗੇ ਹੋਏ ਹਾਂਜੀ ਡੇਲੇ, ਉਹਨਾਂ ਨੂੰ ਕੌਣ ਲੈ ਕੇ ਜਾਊਗਾ?
ਜਦੋਂ ਵੱਡੀਆਂ ਪ੍ਰਾਪਤੀਆਂ ਕਰਨੀਆਂ ਹੋਣ ਤੇ ਛੋਟੀਆਂ ਛੱਡਣੀਆਂ ਪੈਂਦੀਆਂ। ਬੜੀ ਰਮਜ਼ ਦੀ ਗੱਲ ਹੈ। ਜਿਨ੍ਹਾਂ ਲੋਕਾਂ ਨੇ ਵੱਡੀਆਂ ਪ੍ਰਾਪਤੀਆਂ ਕਰਨੀਆਂ ਹੁੰਦੀਆਂ ਉਹ ਛੋਟੇ ਛੋਟੇ ਲੋਭ ਤੇ ਲਾਲਚ ਛੱਡ ਦਿੰਦੇ ਆ। ਹਾਂਜੀ। ਉਹ ਜਿਹੜਾ ਬੰਦਾ ਪਟਵਾਰੀ ਲੱਗ ਕੇ ਖੋਜਾ ਡੀਸੀ ਤਾਂ ਨਹੀਂ ਬਣ ਲੱਗਾ। ਜੀ ਜੀ ਜੀ। ਜਿਨ੍ਹਾਂ ਨੇ ਰਾਜ ਲੈਣੇ ਹੁੰਦੇ ਆ, ਜਿਨ੍ਹਾਂ ਨੇ ਬਾਦਸ਼ਾਹੀਆਂ ਕਰਨੀਆਂ ਹੁੰਦੀਆਂ ਆ, ਉਹ ਚੌਧਰੀਆਂ ਦੇ ਵਿੱਚ ਨਹੀਂ ਯਕੀਨ ਰੱਖਦੇ, ਚੌਧਰਾਂ 'ਚ ਯਕੀਨ ਨਹੀਂ ਰੱਖਦੇ। ਫਿਰ ਉਹ ਛੋਟੀਆਂ ਛੋਟੀਆਂ ਚੌਧਰਾਂ 'ਚ ਨਹੀਂ ਪੈਂਦੇ। ਸਤਿਗੁਰੂ ਨੇ ਇੱਥੇ ਇਹ ਗੱਲ ਜਿਹੜੀ ਰਮਜ਼ ਦੀ ਗੱਲ ਕਹੀ ਕਿ ਨਿੱਕੀਆਂ ਵੱਡੀਆਂ ਪ੍ਰਾਪਤੀਆਂ ਜਿਨ੍ਹਾਂ ਨੇ ਕਰਨੀਆਂ ਹੁਣ ਉਹਨਾਂ ਨੂੰ ਛੋਟੀਆਂ ਤੇ ਨਿਗੂਣੀਆਂ ਚੀਜ਼ਾਂ, ਛੋਟੀਆਂ ਚੌਧਰਾਂ ਛੱਡਣੀਆਂ ਪੈਂਦੀਆਂ ਆ। ਹਾਂਜੀ। ਤੈਨੂੰ ਕਹੇ ਸਾਰੇ ਸਿਰ ਤੇ ਸਾਰੇ। ਸਤਿਗੁਰੂ ਦੀ ਫੇਰ ਗੱਲ ਬਣੀ ਵੀ ਗੱਲ ਤਾਂ ਕੋਈ ਰਮਜ਼ ਦੀ ਕਹਿ ਰਿਹਾ, ਸਤਿਗੁਰੂ ਨੂੰ ਸਮਝ ਆਉਂਦੀ ਕੁਛ। ਉਹਨੇ ਫੇਰ ਸਾਰੇ ਸਿਰ ਤੇ ਪਰ 2-4 ਮੁੱਠਾਂ ਫੇਰ ਬਚਾ ਲੀਆਂ ਅੱਛਾ ਜੀ। ਝੋਲੀ 'ਚ। ਸਤਿਗੁਰੂ ਨੇ ਹੁਣ ਫਿਰ ਬੜੇ ਪਿਆਰ ਨਾਲ ਕਿਹਾ ਵੀ ਆਹ ਕਿਉਂ ਬਚਾ ਲੀਆਂ? ਕਿਉਂਕਿ ਸਾਰੇ ਸਿਰ ਤੇ ਕਿੰਨੀ ਵਾਰੀ ਤੈਨੂੰ ਸਮਝ ਨਹੀਂ ਆਉਂਦੀ ਗੱਲ ਦੀ। ਜੀ ਜੀ। ਉਹ ਕਹਿੰਦਾ ਸਤਿਗੁਰੂ ਜੀ ਜੇ ਸਾਰੇ ਸਿੱਟ ਦਿੱਤੇ ਤੇ ਅੱਜ ਪਰਿਵਾਰ ਨੂੰ ਖਵਾਉਂਗਾ ਕੀ, ਆਪ ਖਾਊਂਗਾ ਕੀ, ਭੁੱਖਾ ਮਰ ਜਾਊਂਗਾ। ਹਾਂਜੀ। ਪਰਿਵਾਰ ਕੀ ਖਾਊਗਾ, ਮੈਂ ਕੀ ਖਾਊਂਗਾ, ਪਰਿਵਾਰ ਜੋਗੇ ਕੀ ਲੈ ਕੇ ਜਾਊਂਗਾ, ਸਾਰੇ ਕਿੱਦਾਂ ਸਿੱਟ ਸਕਦਾ? ਸਤਿਗੁਰੂ ਕਹਿੰਦੇ ਵੀ ਜੇ ਸਾਰੇ ਸਿਰ ਦਿੰਦਾ ਨਾ, ਕਾਲ ਇਸ ਇਲਾਕੇ 'ਚ ਬਹੁਤ ਪੈਂਦਾ। ਜੇ ਤੂੰ ਸਾਰੇ ਸਿਰ ਦਿੰਦਾ ਅੱਜ ਹੀ ਕਾਲ ਕਰ ਦੇਣਾ ਸੀ। ਤੈਨੂੰ ਭੁੱਖ ਦਾ ਫਿਕਰ ਆ, ਤੈਨੂੰ ਆਪਣੀ ਭੁੱਖ ਦਾ ਫਿਕਰ ਆ, ਤੈਨੂੰ ਪਰਿਵਾਰ ਦੀ ਗੱਲ, ਤੈਨੂੰ ਸਭ ਤੋਂ ਸਾਰੇ ਸਮਾਜ ਦਾ ਹੀ ਆ। ਅਸੀਂ ਸਾਰੇ ਸਮਾਜ ਦਾ ਕਾਲ ਕਰ ਦੇਣਾ ਸੀ, ਸਾਰੇ ਇਲਾਕੇ ਦਾ ਕਾਲ ਅੱਜ ਕਰ ਦੇਣਾ ਸੀਗਾ। ਪਰ ਤੂੰ ਅਸੀਂ ਬੜਾ ਕੱਟਣ ਦੀ ਕੋਸ਼ਿਸ਼ ਕੀਤੀ, ਪਰ ਤੂੰ ਰੱਖ ਲਿਆ। ਇੱਕ ਤਾਂ ਹੁਣ ਕਟੀਂਦਾ ਕੱਟੂਗਾ। ਹਾਂਜੀ ਹਾਂਜੀ। ਜੋ ਤੁਸੀਂ ਆਪਣੀ ਭੁੱਖ ਦਾ ਆਪ ਇੰਤਜ਼ਾਮ ਕਰੀ ਨਾ, ਸਤਿਗੁਰੂ ਨੂੰ ਕੀ ਫਿਕਰ ਆ? ਇੱਕ ਤਾਂ ਹੁਣ ਕਟੀਂਦਾ ਕੱਟ ਹੋਊਗਾ। ਜੀ ਜੀ। ਫਸਲਾਂ ਇੱਥੇ ਬਹੁਤ ਹੋਣਗੀਆਂ, ਇਕੱਲੇ ਪੀਲੂ ਤੇ ਡੇਲੇ ਨਹੀਂ ਰਹਿਣਗੇ, ਹਰ ਤਰ੍ਹਾਂ ਦੀ ਫਸਲ ਹੋਊਗੀ, ਫਰੂਟ ਹੋਣਗੇ, ਬਾਗ ਬਗੀਚੇ ਲੱਗਣਗੇ, ਹਰ ਤਰ੍ਹਾਂ ਦਾ ਫਰੂਟ ਹੋਊਗਾ, ਹਰ ਤਰ੍ਹਾਂ ਦਾ ਫਲ ਹੋਊਗਾ, ਹਰ ਤਰ੍ਹਾਂ ਦੀਆਂ ਫਸਲਾਂ ਹੋਣਗੀਆਂ, ਬਹੁਤ ਫਸਲਾਂ ਹੋਣਗੀਆਂ, ਇਹ ਖੇਤ ਬਹੁਤ ਫਸਲਾਂ ਦੇਣਗੇ। ਪਰ ਤੁਹਾਡੀ ਨੀਂਦ ਦੇ ਵਿੱਚੋਂ ਨਾ ਜ਼ਿਮੀਂਦਾਰ, ਤੇਰੀ ਨੀਂਦ ਦੇ ਵਿੱਚੋਂ, ਤੁਹਾਡੀ ਨੀਂਦ ਦੇ ਵਿੱਚੋਂ ਭੁੱਖ ਨਹੀਂ ਜਾਣੀ। ਬਹੁਤ ਕੁਝ ਹੋਊਗਾ, ਆਲੇ ਦੁਆਲੇ ਦੇ ਜ਼ਿਮੀਂਦਾਰਾਂ ਕੋਲੋਂ ਲੈ ਕੇ ਖਾਣਗੇ, ਪਰ ਤੁਸੀਂ ਭੁੱਖਿਆਂ ਵਾਲੀ ਬਿਰਤੀ ਰੱਖ ਕੇ ਤੁਸੀਂ ਖੁਦਕੁਸ਼ੀਆਂ ਦੇ ਰਾਹ ਤੇ ਪੈ ਜਾਣਾ। ਤੁਸੀਂ ਤਾਂ ਮਾਰ ਰਹੇ ਆਪਣੇ ਆਪ ਨੂੰ ਜੀ। ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਅੜ ਕੇ, ਨਿੱਕੇ ਨਿੱਕੇ ਮਾਨਾਂ ਪਿੱਛੇ ਅੜ ਕੇ, ਨਿਗੂਣੀਆਂ ਪ੍ਰਾਪਤੀਆਂ ਪਿੱਛੇ ਅੜ ਕੇ ਤੁਸੀਂ ਆਪਣੀਆਂ ਵੱਡੀਆਂ ਪ੍ਰਾਪਤੀਆਂ ਗਵਾ ਰਹੇ ਆ। ਸੋ ਸਤਿਗੁਰੂ ਜੀ ਨੇ ਉਹਨੂੰ ਸਮਝਾਉਣੀ ਕੀਤੀ ਕਿ ਜੇ ਤੂੰ ਦਰਿਆਦਲੀ ਦਿਖਾਉਂਦਾ ਨਾ ਤੇ ਫਿਰ ਕਾਲ ਕੱਟਿਆ ਜਾਣਾ ਸੀ। ਕਾਲ ਕੱਟਣ ਦੇ ਲਈ ਆਪਣੇ ਆਲੇ ਦੁਆਲੇ ਦਾ ਵੀ ਤੇ ਆਪਣਾ ਕਾਲ ਕੱਟਣ ਦੇ ਲਈ ਬੰਦੇ ਨੂੰ ਵੱਡਾ ਦਿਲ ਚਾਹੀਦਾ ਹੁੰਦਾ, ਦਰਿਆਦਲੀ ਚਾਹੀਦੀ ਹੁੰਦੀ ਹੈ। ਸੋ ਸਤਿਗੁਰੂ ਨੇ ਉਹ ਜਿਹੜੀ ਉਹਦੇ ਰਾਹੀਂ ਉਸ ਜ਼ਿਮੀਂਦਾਰ, ਸਤਿਗੁਰੂ ਦੀ ਹਰ ਰਮਝ ਹੁੰਦੀ ਹੈ, ਇੱਕ ਬੰਦੇ ਨੂੰ ਲੈ ਕੇ ਉਹਦੇ ਲਈ ਸਮਝਾਉਂਦੀ ਕਿ ਤੂੰ ਹੁਣ, ਤੈਨੂੰ ਤਾਂ ਅਸੀਂ ਹੁਣੇ ਖੁਸ਼ਹਾਲੀ ਬਖਸ਼ੀ ਨਹੀਂ ਸੀ, ਪਰ ਤੂੰ ਖੁਸ਼ਹਾਲੀ ਤੋਂ ਪੂਰੀ ਖੁਸ਼ਹਾਲੀ ਤੋਂ ਸਕਣਾ ਰਹਿ ਗਿਆ, ਪਰ ਬਖਸ਼ੀ ਅਸੀਂ ਕਰ ਦਿੱਤੀ ਆ। ਜਿੰਨਾ ਕੱਟ ਸਕਦੇ, ਜੇ ਤੂੰ ਸਾਰਾ ਸਿਰ ਤਾਂ ਸਾਰਾ ਕੱਟਿਆ ਜਾਣਾ ਸੀ, ਪਰ ਕਾਲ ਅਸੀਂ ਕੱਟ ਦਿੱਤਾ ਆ। ਪਰ ਜਿੰਨਾ ਕੁ ਤੂੰ ਬਚਾ ਲਿਆ ਉਹਨਾਂ ਕੁ ਤੂੰ ਬਚਾ ਲਿਆ, ਸਾਡੇ ਵੱਲੋਂ ਕੋਈ ਕਸਰ ਨਹੀਂ ਸੀ ਕੱਟਣ ਦੀ, ਅਸੀਂ ਕੱਟ ਦਿੱਤੀ ਆ। ਇੱਥੋਂ ਸਤਿਗੁਰੂ ਫਿਰ ਤੁਰੇ ਆ। ਸਤਿਗੁਰੂ ਇੱਥੋਂ ਫਿਰ ਰੁਪਿਆਣੇ ਵਾਲ ਨਹੀਂ ਗਿਆ, ਰੂਪਿਆਣੇ ਵਾਲ ਚਲੇ ਗਿਆ। ਹਾਂਜੀ। ਤਾਂ ਪਿਆਣੇ ਤੋਂ ਜਾਂਦੇ ਜਾਂਦੇ ਰਮਿਆਣਾ ਹੋਣਾ ਚਾਹੀਦਾ, ਪਰ ਸਤਿਗੁਰੂ ਜੀ ਡਾਂਡੇ ਮਿੰਡੇ ਮਗਰ ਫੌਜ ਆ ਰਹੀ ਆ, ਸਤਿਗੁਰੂ ਰੂਪਿਆਣੇ ਵਾਲ ਨੂੰ ਸਿੱਧੇ ਚਲ ਗਿਆ। ਰਮਿਆਣਾ ਇੱਥੋਂ ਕੱਟ ਦਿੱਤਾ ਆ। ਹਾਂਜੀ। ਜਾਣਾ ਰਮਿਆਣੇ ਦਾ ਸੀ। ਹਾਂਜੀ। ਜਾਣਾ ਸੀਗਾ। ਸਤਿਗੁਰੂ ਰੂਪਿਆਣੇ ਦੇ ਨੇੜੇ ਪੁੱਜੇ, ਪਿੰਡਾਂ 'ਚ ਤਾਂ ਬੜੇ ਹੀ ਨਹੀਂ ਸਤਿਗੁਰੂ ਜੀ ਜੀ, ਤੇ ਰੂਪਿਆਣੇ ਦੇ ਨੇੜੇ ਪੁੱਜੇ ਆ। ਉੱਥੇ ਜਦੋਂ ਪੁੱਛਿਆ ਵੀ ਪਿੰਡ ਦੇ ਨੇੜੇ ਨਾ, ਰੂਪਿਆਣੇ ਦੇ ਸ਼ਾਹੂਕਾਰ ਨੂੰ ਪਤਾ ਲੱਗਾ, ਜਿਹੜਾ ਰੂਪਾ ਜਿਹਦੇ ਨਾਂ ਤੇ ਪਿੰਡ ਰੂਪਿਆਣਾ ਵਸੇ ਹੀ ਹੋਇਆ ਸੀਗਾ। ਹਾਂਜੀ। ਜਿਹੜਾ ਸ਼ਾਹੂਕਾਰ ਸੀ ਪਿੰਡ ਦਾ, ਵੱਡਾ ਚੌਧਰੀ ਵੀ ਸੀ, ਸ਼ਾਹੂਕਾਰ ਵੀ ਸੀ, ਲੋਕਾਂ ਨੂੰ ਵਿਆਜ ਤੇ ਪੈਸੇ ਦਿੰਦਾ, ਸੂਦ ਤੇ ਪੈਸੇ ਦਿੰਦਾ, ਕਰਾੜ ਸੀਗਾ ਰੂਪਾ, ਕਰਾੜ ਜੀ। ਬਾਣੀਆਂ ਕਹ ਲਓ, ਕਰਾੜ ਕਹ ਲਓ, ਖੱਤਰੀ ਕਹ ਲਓ, ਸ਼ਬਦ ਕੁਛ ਵੀ ਵਰਤਿਆ ਜਾ ਸਕਦਾ, ਪਰ ਸ਼ਾਹੂਕਾਰ ਸੀ, ਵੱਡਾ ਬੰਦਾ ਸੀ। ਇਹ ਪਿੰਡ ਦਾ ਸ਼ਾਹੂਕਾਰ ਰੂਪਾ ਜਿਹੜਾ ਸੀ ਨਾ, ਗੁੜ ਲੈ ਕੇ ਆ ਗਿਆ। ਅੱਛਾ। ਜਿਹਦੇ ਕੋਲ ਦੁੱਧ ਸੀ, ਡੋਗਰ ਕੋਲੋਂ ਦੁੱਧ ਲੈ ਕੇ ਆਇਆ। ਹਾਂਜੀ। ਇਹ ਬਾਣੀਆਂ ਸੀ, ਕਰਾੜ ਸੀਗਾ ਜੀ। ਇਹ ਗੁੜ ਇਕੱਠਾ ਕੀਤਾ ਸੀ ਲੋਕਾਂ ਦੇ ਕੋਲੋਂ। ਹਾਂਜੀ। ਸਮਾਂ ਸੀ ਉਸ ਟਾਈਮ ਚੱਲ ਰਿਹਾ ਹੈਗਾ। ਇਹ ਗੁੜ ਲੈ ਕੇ ਆ ਗਿਆ। ਫਿਰ ਗੁੜ ਲੈ ਕੇ ਆਇਆ ਤੇ ਸਤਿਗੁਰੂ ਨੇ ਉਹਦੇ ਕੋਲੋਂ ਗੁੜ ਲਿਆ, ਇਹਦਾ ਮੱਥਾ ਟੇਕਿਆ ਗੁੜਾਂ ਦਾ। ਸਤਿਗੁਰੂ ਨੇ ਤੋਂ ਗੁੜ ਲੈ ਕੇ ਸਾਰੇ ਲਸ਼ਕਰ ਦੇ ਵਿੱਚ ਪ੍ਰਸ਼ਾਦ ਵਾਂਗੂ ਇਹਦਾ ਗੁੜ ਵੰਡ ਦਿੱਤਾ। ਹਾਂਜੀ। ਤੇ ਲਸ਼ਕਰ ਦਾ ਪੂਰਾ ਮੂੰਹ ਮਿੱਠਾ ਕਰਾਇਆ ਸਤਿਗੁਰੂ ਨੇ। ਰੂਪੇ ਕਰਾੜ ਨੇ ਕੋਈ ਹੋਰ ਸੇਵਾ ਪੁੱਛੀ। ਹਾਂਜੀ। ਰੂਪੇ ਕਰਾੜ ਨੇ ਕਿਹਾ, ਸਤਿਗੁਰੂ ਜੀ ਮੇਰੇ ਲੈ ਕੋਈ ਸੇਵਾ ਦੱਸੋ। ਜਦ ਸਤਿਗੁਰੂ ਨੂੰ ਦੇਖਿਆ ਵੀ ਸਤਿਗੁਰੂ ਵੱਡੀਆਂ ਪ੍ਰਾਪਤੀਆਂ ਦੇਣ, ਕਿ ਸਤਿਗੁਰੂ ਦੇ ਕੋਲੋਂ ਬਖਸ਼ਿਸ਼ ਤਾਂ ਸਾਰੇ ਲੈਣਾ ਚਾਹੁੰਦੇ ਆ। ਜੀ ਜੀ। ਗੁਰੂ ਨਾਨਕ ਦਾ ਦਰ ਆ, ਸਾਰਿਆਂ ਨੂੰ ਪਤਾ, ਬੜਾ ਸਮਰੱਥ ਦਰ ਆ। ਸਤਿਗੁਰੂ ਕਹਿੰਦੇ, ਰੂਪਿਆ ਅਸੀਂ ਸੁਣਿਆ ਕਿ ਤੇਰੀ ਹਵੇਲੀ ਬੜੀ ਪੱਕੀ ਹੈ, ਗੜੀ ਅਰਦੀ ਆ। ਜੀ। ਜਦੋਂ ਮੰਗੀ ਨਾ ਸੇਵਾ, ਹਾਂਜੀ, ਵੀ ਸਤਿਗੁਰੂ ਕੋਈ ਸੇਵਾ ਦੇ, ਤੇ ਸਤਿਗੁਰੂ ਕਹਿੰਦੇ ਅਸੀਂ ਸੁਣਿਆ, ਪ੍ਰਧਾਨ ਸਿੰਘ ਬਰਾੜ ਕੋਲ ਬੈਠਾ ਇਲਾਕੇ ਦਾ ਪੇਥੀ ਵੀ ਕਹਿ ਰਿਹਾ ਕਿ ਭਾਈ ਰੂਪੇ ਦੀ ਹਵੇਲੀ ਜਿਹੜੀ ਗੜੀ ਅਰਗੀ ਆ ਜੀ, ਬੜੀ ਤਕੜੀ ਗੜੀ ਆ,
ਤੇ ਗੜੀ ਕਾਹਦੀ ਆ ਤੇਰੀ ਹਵੇਲੀ, ਗੜੀ ਕਾਹਦੀ ਆ, ਕਿਲਾ ਹੀ ਆ। ਹਾਂਜੀ ਅਸੀਂ ਉਹ ਗੜੀ ਨਹੀਂ ਰਹਿਣ ਦੇਣੀ, ਅਸੀਂ ਚਾਹੁੰਦੇ ਕਿਲਾ ਬਣ ਜਾਏ। ਤੇਰੀ ਹਵੇਲੀ ਹੈਗੀ ਗੜੀ ਵਰਗੀ ਆ। ਹਾਂਜੀ ਵੱਡਾ ਸ਼ਾਹੂਕਾਰ ਆਪਣੇ ਬਚਾ ਲਈ ਗੜੀ ਬਣਾਈ ਹੋਈ ਹੈ। ਲੁੱਟਾਂ ਖੋਹਾਂ ਵਾਲਿਆਂ ਤੋਂ ਬਚਣ ਦੇ ਲਈ, ਲੁਟੇਰਿਆਂ ਤੋਂ ਬਚਣ ਦੇ ਲਈ, ਡਾਕੂਆਂ ਤੋਂ ਬਚਣ ਲਈ, ਆਪਣੇ ਡੰਗਰਾਂ ਨੂੰ ਬਚਾਉਣ ਦੇ ਲਈ ਲੋਕੀ ਵੱਡੀਆਂ ਹਵੇਲੀਆਂ ਦੀਆਂ ਉੱਚੀਆਂ ਕੰਨੀਆਂ ਗੜੀਆਂ ਵਾਂਗੂ ਸਾਰ ਲੈਂਦੇ ਹੁੰਦੇ ਸੀ। ਜੀ ਤੇ ਉਹਦੇ ਉੱਤੇ ਮਗੋਰੇ ਵਗੈਰਾ ਰੱਖਦੇ ਹੁੰਦੇ ਸੀ ਕਿ ਹਾਂਜੀ। ਬਾਹਰੋਂ ਕੋਈ ਹਮਲਾਵਰ ਹੋਵੇ ਤੇ ਕਿਉਂਕਿ ਲੁੱਟਾਂ ਆਪਣੇ ਖੋਹਾਂ ਬਚਾਅ ਆਮ ਸੀ, ਵਾਸਤੇ। ਜੰਗਲ ਦਾ ਇਲਾਕਾ ਸੀ ਸਾਰਾ, ਲੁੱਟਾਂ ਖੋਹਾਂ ਆਮ ਸੀ, ਡਾਕੂ ਸੀ, ਜੰਗਲਾਂ 'ਚ ਰਹਿੰਦੇ ਹੁੰਦੇ। ਜੀ ਤੇ ਸਤਿਗੁਰੂ ਨੇ ਕਿਹਾ ਵੀ ਗੜੀ ਬਣਾਈ ਹੋਈ ਤੂੰ, ਪਰ ਅਸੀਂ ਗੜੀ ਦੇ ਕਿਲਾ ਬਣਾ ਦੇਣਾ, ਜੀ ਤੂੰ ਕੁਛ ਦਿਨ ਲਈ ਗੜੀ ਸਾਨੂੰ ਦੇ ਦੇ। ਹਾਂਜੀ ਮੁਗਲ ਫੌਜਾਂ ਸਾਡੇ ਮਗਰ ਚੜ ਕੇ ਆ ਰਹੀਆਂ, ਅਸੀਂ ਉਹਨਾਂ ਦਾ ਮੁਕਾਬਲਾ ਤੇਰੀ ਗੜੀ 'ਚ ਬੈਠ ਕੇ ਕਰਦੇ ਆ, ਤੇਰੀ ਗੜੀ ਬਣ ਜੂ ਕਿਲਾ। ਹਾਂਜੀ ਤੇ ਇੱਥੇ ਅਸੀਂ ਮੁਗਲਾਂ ਨੂੰ ਐਸੀ ਮਾਰ ਮਾਰਾਂਗੇ, ਹਾਂਜੀ ਐਸੀ ਮਾਰ ਮਾਰਾਂਗੇ ਕਿ ਇਸ ਇਲਾਕੇ ਵੱਲ ਮੁਗਲ ਦੁਬਾਰਾ ਮੂੰਹ ਨਹੀਂ ਮੂੰਹ ਨਹੀਂ ਕਰਨਗੇ। ਹਾਂਜੀ ਕਰਨਗੇ। ਤੇ ਪੂਰਾ ਇਲਾਕਾ ਤੇਰਾ, ਹੂੰ ਸੰਤ ਇਲਾਕੇ ਦੀ ਕੋਈ ਪਕੜ ਹੈ ਹੀ ਨਹੀਂ। ਜੀ ਜੀ ਤੇ ਜਦੋਂ ਮੁਗਲਾਂ ਕਰਨੀ ਨਹੀਂ ਤੈਨੂੰ ਮੂੰਹ ਨਹੀਂ ਕਰਨਾ, ਹਾਂਜੀ ਤੇ ਪੂਰਾ ਇਲਾਕਾ ਤੇਰਾ। ਰੁਪਿਆ ਤੂੰ ਸੇਵਾ ਪੁੱਛੀ, ਤੇਰਾ ਸੇਵਾ ਆਈ, ਕੁਛ ਨਹੀਂ ਕਰਨਾ ਤੂੰ, ਬਸ ਜੀ। ਗੜੀ ਦੇਣੀ ਹੈ, ਜੀ। ਆਪਣੀ ਵੇਦੀ ਦੇਣੀ ਹੈ ਜਿਹੜੀ ਗੜੀ ਵਰਗੀ ਆ। ਦਾਨ ਸਿੰਘ ਬਰਾੜ ਕੋਲ ਬੈਠਾ ਸੁਣਦਾ ਵੀ ਸਤਿਗੁਰੂ ਕੀ ਚੋਜ ਵਰਤ ਰਿਹਾ ਆ। ਹਾਂਜੀ ਸਤਿਗੁਰੂ ਤਾਂ ਐਲਾਨ ਕਰ ਚੁੱਕੇ ਖਦਰਾਣੇ ਦੀ ਢਾਬ ਢਾਬ ਤੁਸੀਂ ਤੇ। ਮਾਰਨ ਦਾ ਸਬੱਬ ਬਣਾ ਲਿਆ ਆ, ਹਾਂਜੀ ਹਾਂਜੀ ਪਰ ਹੁਣ ਰੂਪੇ ਨੂੰ ਕਹਿ ਰਿਹਾ ਗੜੀ ਦੇ ਦਿਓ। ਹਾਂਜੀ ਇਹ ਸਤਿਗੁਰੂ ਕੋਈ ਚੋਜ ਵਰਤਾ ਰਿਹਾ, ਸਤਿਗੁਰੂ ਕੋਈ ਪ੍ਰਤਾਰ ਰਿਹਾ, ਸਤਿਗੁਰੂ ਕੁਛ ਕਰ ਰਿਹਾ। ਹੂੰ ਸਤਿਗੁਰੂ ਦੀ ਗੱਲ ਸਮਝ ਤੋਂ ਬਾਹਰ ਆ। ਸਤਿਗੁਰੂ ਰਮਜ ਕੀ ਵਰਤਾ ਰਿਹਾ। ਸਤਿਗੁਰੂ ਇੱਥੇ ਬੈਠਣਾ ਚਾਹੁੰਦੇ ਖਦਰਾਣੇ ਢਾਬ ਦਾ, ਸਤਿਗੁਰੂ ਨੇ ਸੋਚ ਬਦਲ ਦਿੱਤੀ ਪਹਿਲਾਂ ਆ। ਤਾਂ ਹਾਂਜੀ ਤੇ ਰੂਪੇ ਨੇ ਥੋੜੇ ਚਿਰ ਸੋਚਿਆ ਆ, ਨੀਵੀਂ ਪਾਈ ਆ। ਸੋਚਣ ਤੋਂ ਬਾਅਦ ਰੂਪੇ ਨੇ ਹੱਥ ਜੋੜ ਦਿੱਤੇ। ਰੂਪੇ ਕਰਾੜ ਨੇ ਕਹਿੰਦਾ ਸਤਿਗੁਰੂ ਜੀ ਅਸੀਂ ਕਰਾੜ, ਹਾਂਜੀ ਸਾਡੇ ਕੋਲ ਕਿੱਥੇ ਇੰਨੇ ਜਿਗਰੇ ਹੂੰ ਕਿ ਅਸੀਂ ਮੁਗਲ ਫੌਜਾਂ ਦਾ ਮੁਕਾਬਲਾ ਕਰਨ ਬਾਰੇ ਵੀ ਸੋਚ ਸਕੀਏ। ਹਾਂਜੀ ਤੁਸੀਂ ਸਾਡੀ ਗੜੀ ਛੱਡ ਕੇ ਤੇ ਸਾਡਾ ਪੂਰਾ ਪੂਰਾ ਰੂਪਾ ਪਿੰਡੀ ਤਬਾਹ, ਰੁਪਿਆਂ ਨਾਲ ਹੀ ਤਬਾਹ ਹੋ ਜਾਣਾ ਆ। ਕਦੀ ਗੜੀ ਥੋੜਾ ਤਬਾਹ ਹੋਣੀ ਆ, ਕਦੀ ਹਵੇਲੀ ਥੋੜਾ ਤਬਾਹ ਹੋਣੀ ਆ, ਸਾਡਾ ਸਾਰਾ ਪਿੰਡ ਹੀ ਤਬਾਹ ਹੋ ਜਾਣਾ ਆ। ਮੁਗਲ ਫੌਜਾਂ ਦਾ ਪਿੰਡ ਸਾੜ ਦੇਣਾ, ਤਬਾਹ ਕਰ ਦੇਣਾ ਆ, ਉੱਜੜ ਜਾਊ ਸਾਡਾ ਪਿੰਡ, ਲੋਕੀ ਉੱਜੜ ਜਾਣਗੇ, ਪਿੰਡ ਉੱਜੜ ਜਾਊਗਾ। ਸਤਿਗੁਰੂ ਮਿਹਰ ਕਰੋ, ਮੇਰੇ ਤੋਂ ਸੇਵਾ ਨਹੀਂ ਜੇ ਹੋ ਸਕਣੀ, ਹੋਰ ਕੋਈ ਸੇਵਾ ਦੱਸਿਓ। ਤੁਸੀਂ ਕੋਈ ਹੋਰ ਗੱਲ ਦੱਸੋ। ਹਾਂਜੀ ਇੱਥੋਂ ਕਹਾਂ ਚੱਲ ਜਾ, ਹੂੰ ਤੁਰ ਜਾ ਇੱਥੋਂ। ਹਾਂਜੀ ਤੁਸੀਂ ਹਵੇਲੀ ਮੰਗਦੇ ਆ ਵੀ ਹਵੇਲੀ ਨੂੰ ਗੜੀ ਬਣਾ ਦਿਆਂਗੇ, ਗੜੀ ਨੂੰ ਕਿਲਾ ਬਣਾ ਦਿਆਂਗੇ, ਪਰ ਮੇਰੀ ਹਵੇਲੀ ਨਹੀਂ ਰਹਿਣੀ, ਮੇਰਾ ਪਿੰਡ ਹੀ ਨਹੀਂ ਰਹਿਣਾ, ਤੇ ਗੜੀ ਕਿੱਦਾਂ ਕਿਲਾ ਕੁਛ ਕਿੱਦਾਂ ਨਹੀਂ ਰਹਿਣਾ। ਬਣੂਗਾ? ਲੋਕੀ ਉੱਜੜ ਜਾਣਗੇ, ਉਜਾੜ ਹੋ ਜੂਗੀ ਇੱਥੇ ਤਾਂ। ਜੀ ਮੁਗਲ ਫੌਜਾਂ ਚੜੀਆਂ ਆ ਰਹੀਆਂ, ਮੈਨੂੰ ਪਤਾ ਹੈ, ਹਜ਼ਾਰਾਂ ਦੀ ਗਿਣਤੀ ਚੜੀ ਆ ਰਹੀ, ਕਿੱਥੇ ਮੁਕਾਬਲਾ ਹੋਣਾ ਹੈ। ਤੇ ਸਾਡੇ ਜਿਹਦੀ ਜਿਗਰੇ ਵੀ ਕਿੱਥੇ ਜੀ ਮੁਕਾਬਲਾ ਕਰ ਸਕੇ। ਸਤਿਗੁਰੂ ਤੁਸੀਂ ਸਮਰੱਥ ਹੈ, ਤੁਸੀਂ ਕਰ ਸਕਦੇ ਹੋ, ਸਾਡੇ ਚ ਪਾਇਆ ਨਹੀਂ। ਤੇ ਸਤਿਗੁਰੂ ਨੇ ਮੁਸਕਰਾ ਕੇ ਹੱਸ ਕੇ ਆਖਿਆ, ਰੁਪਿਆ ਜਿਨ੍ਹਾਂ ਨੇ ਕਿਲੇ ਕਾਇਮ ਕਰਨੇ ਹੋਣ ਨਾ, ਉਹਨਾਂ ਨੂੰ ਹਵੇਲੀਆਂ ਦਾ ਲੋਭ ਤਿਆਗਣਾ ਹੀ ਪੈਂਦਾ ਆ। ਜਿਨ੍ਹਾਂ ਨੇ ਕਿਲੇ ਕਾਇਮ ਕਰਨੇ ਉਹਨਾਂ ਨੂੰ ਹਵੇਲੀਆਂ ਦਾ ਲੋਭ ਤਿਆਗਣਾ ਪੈਂਦਾ ਆ। ਜੇ ਤੂੰ ਹਵੇਲੀ ਦਾ ਲਾਲਚ ਰੱਖੇਗਾ ਤੇ ਕਿਲਾ ਨਹੀਂ ਬਣਨ ਲੱਗਾ। ਜੀ ਤੇ ਜਿਨ੍ਹਾਂ ਨੇ ਰਾਜ ਕਰਨੇ ਹੋਣ, ਜਿਨ੍ਹਾਂ ਨੇ ਰਾਜ ਕਾਇਮ ਕਰਨੇ ਹੋਣ, ਹਾਂਜੀ ਉਹ ਪਿੰਡਾਂ ਦੇ ਉਜੜਨ ਦਾ ਫਿਕਰ ਨਹੀਂ ਕਰਦੇ। ਕਰਦੇ ਹਾਂਜੀ ਉਜਾੜੇ ਤੋਂ ਬਾਅਦ ਹੀ ਰਾਜ ਆਉਂਦਾ ਆ। ਜਿਹੜਾ ਬੰਦਾ ਉਜਾੜਾ ਨਹੀਂ ਜਰ ਸਕਦਾ, ਉਹ ਰਾਜ ਵੇਲੇ ਤੁਰ ਹੀ ਨਹੀਂ ਸਕਦਾ। ਬਗਾਵਤ ਤੋਂ ਬੜਾ ਰਾਜ ਕਿੱਥੇ। ਜੀ ਤੇ ਬਗਾਵਤਾਂ ਤਾਂ ਉਜਾੜਾ ਲੈ ਕੇ ਆਉਂਦੀਆਂ ਹੁੰਦੀਆਂ ਆ। ਹਾਂਜੀ ਜਿਹੜੇ ਬੰਦੇ ਉਜੜਨ ਤੋਂ ਡਰਦੇ ਆ, ਉਹ ਹਾਂਜੀ। ਕਦੀ ਬਾਦਸ਼ਾਹ ਨਹੀਂ ਬਣ ਸਕਦੇ। ਜਿਹੜੇ ਬੰਦਿਆਂ ਦੇ ਹਵੇਲੀਆਂ 'ਚ ਮੋਹ ਪੈ ਗਿਆ, ਉਹਨਾਂ ਦੀਆਂ ਹਵੇਲੀਆਂ ਨੇ ਕਦੀ ਕਿਲੇ ਨਹੀਂ ਬਣਨਾ, ਉਹ ਹਵੇਲੀਆਂ ਹੀ ਰਹਿਣਗੀਆਂ। ਪਰ ਤੂੰ ਜਿਹੜੇ ਪਿੰਡ ਦੇ ਕਹਿੰਦਾ ਨਾ ਉਜੜ ਜਾਣਾ, ਇਹ ਪਿੰਡੋਂ ਪਤਾ ਨਹੀਂ ਕਿੰਨੀ ਵਾਰੀ ਉਜੜਦੇ ਹੁੰਦੇ, ਕਿੰਨੀ ਵਾਰੀ ਵਸਦੇ ਹੁੰਦੇ, ਕਦੇ ਪਿੰਡ ਹਮੇਸ਼ਾ ਵਸਦੇ ਥੋੜਾ ਰਹਿੰਦੇ ਆ। ਪਤਾ ਨਹੀਂ ਤੇਰੇ ਪਿੰਡ ਨੇ ਕਿੰਨੀ ਵਾਰੀ ਉਜੜਨਾ ਤੇ ਕਿੰਨੀ ਵਾਰੀ ਵਸਣਾ ਆ, ਤੂੰ ਰੱਖ ਸਕਦਾ। ਉਜੜੂਗਾ ਵੀ, ਵਸੂਗਾ ਵੀ, ਉਜੜੂਗਾ ਵੀ, ਵਸੂਗਾ ਵੀ, ਉਜੜੂਗਾ ਵੀ, ਵਸੇਗਾ ਵੀ। ਪਰ ਜੇ ਤੂੰ ਕਦੇ ਪਿੰਡ ਦਾ ਮੋਹ ਤਿਆਗ ਕੇ ਰਾਜ ਕਾਇਮ ਕਰ ਲੈਂਦਾ, ਤੇ ਫਿਰ ਪਿੰਡ ਤੇਰਾ ਰਾਜ ਤਾਂ ਨਹੀਂ ਬਣ ਜਾਣਾ ਸੀ, ਫਿਰ ਸਦਾ ਨਹੀਂ ਵਸਣਾ ਸੀ। ਹਾਂਜੀ ਰਾਜਧਾਨੀਆਂ ਵਸਦੀਆਂ ਹੁੰਦੀਆਂ ਸਦਾ ਲਈ, ਰਾਜਧਾਨੀਆਂ ਕਾਇਮ ਰਹਿੰਦੀਆਂ, ਜਿਹੜੀ ਰਾਜਧਾਨੀ ਬਣ ਜਾਂਦੀ, ਪਿੰਡ ਥੋੜਾ ਸਦਾ ਲਈ ਕਾਇਮ ਰਹਿੰਦੀ ਆ। ਇਹਨਾਂ ਦੇ ਰੂਪ ਬਦਲਦੇ ਰਹਿੰਦੇ ਆ। ਪਰ ਸਤਿਗੁਰੂ ਸਮਝਾਉਣਾ ਚਾਹੁੰਦੇ ਸੀ ਕਿ ਵੱਡੀਆਂ ਪ੍ਰਾਪਤੀਆਂ ਲਈ, ਔਰ ਸਾਰੀ ਸੇਧ ਇਸੇ 'ਚ ਗੱਲ ਚੱਲ ਰਹੀ ਹੈ ਸਤਿਗੁਰੂ ਕਿ ਜੇ ਰਾਜ ਲੈਣੇ ਹੋਣ ਤੇ ਪਿੰਡਾਂ ਦੇ ਉਜਾੜਿਆਂ ਤੋਂ ਨਹੀਂ ਡਰਨਾ ਚਾਹੀਦਾ। ਜੇ ਵੱਡੀਆਂ ਪ੍ਰਾਪਤੀਆਂ ਕਰਨੀਆਂ ਹੋਣ ਤੇ ਛੋਟੀਆਂ ਪ੍ਰਾਪਤੀਆਂ ਤਿਆਗਣੀਆਂ ਪੈਂਦੀਆਂ। ਜੇ ਕਿਲੇ ਕਾਇਮ ਕਰਨੇ ਹੋਣ ਤਾਂ ਹਵੇਲੀਆਂ ਦਾ ਮੋਹ ਛੱਡਣਾ ਪੈਂਦਾ। ਤੇ ਜੇ ਕਿਤੇ ਦੁਨੀਆ ਦੇਖਣੀ ਹੋਵੇ ਤੇ ਆਪਣਾ ਇਲਾਕਾ ਛੱਡ ਕੇ ਛੱਡਣਾ ਪੈਂਦਾ। ਬਿਲਕੁਲ ਜਿਹੜੇ ਉਜੜਨ ਤੋਂ ਡਰਦੇ ਆ ਨਾ, ਉਹ ਕਦੀ ਬਾਦਸ਼ਾਹ ਨਹੀਂ ਬਣ ਸਕਦੇ। ਬਾਦਸ਼ਾਹੀ ਮਿਲਦੀ ਉਜਾੜੇ ਵਿੱਚੋਂ ਆ। ਜਿਹੜਾ ਆਪਣਾ ਪਿੰਡ ਹੀ ਨਹੀਂ ਛੱਡ ਸਕਦਾ,
ਉਹ ਵੱਡੀ ਪ੍ਰਾਪਤੀ ਬਣੀ ਕੀ ਕਰ ਸਕਦਾ। ਹਾਂਜੀ, ਔਰ ਆਪਾਂ ਕਿਤੇ ਆਪਣੇ ਆਲੇ ਦੁਆਲੇ ਨਿਗਾਹ ਮਾਰ ਕੇ ਦੇਖੀਏ, ਜਿਹੜੇ ਛੱਡ ਕੇ ਤੁਰੇ ਉਹਨਾਂ ਨੂੰ ਵੱਡੀਆਂ ਪ੍ਰਾਪਤੀਆਂ ਮਿਲੀਆਂ, ਹੋਈਆਂ। ਹਾਂਜੀ, ਜਿਹੜੇ ਉੱਥੇ ਬੈਠੇ ਰਹਿ ਕੇ ਆਪਣੇ ਬੈਠੇ। ਸੋ ਸਤਿਗੁਰੂ ਨੇ ਕਿਹਾ ਜਿਹੜੇ ਮਰਨੋਂ ਡਰਦੇ ਆ ਉਹ ਵਾਰ ਮਰਦੇ ਆ, ਜਿਹੜੇ ਉਜੜਨ ਤੋਂ ਡਰਦੇ ਆ ਉਹ ਵਾਰ ਉਜਾੜਾਂ ਦੇ ਵਿੱਚੋਂ ਲੰਘਦੇ ਆ, ਉਹਨਾਂ ਨੂੰ ਉਹ ਵਾਰ ਉਜੜਦੇ ਆ। ਸੋ ਜੇ ਤੁਸੀਂ ਵੱਡੀਆਂ ਪ੍ਰਾਪਤੀਆਂ ਕਰਨੀਆਂ, ਜੇ ਬਾਦਸ਼ਾਹੀਆਂ ਲੈਣੀਆਂ, ਜੇ ਰਾਜ ਲੈਣੇ ਆ, ਤੇ ਤੁਹਾਨੂੰ ਨਿੱਕੀਆਂ ਨਿੱਕੀਆਂ ਹਵੇਲੀਆਂ ਦਾ, ਨਿੱਕੇ ਨਿੱਕੇ ਪਿੰਡਾਂ ਦਾ ਮੋਹ ਛੱਡਣਾ ਪੈਣਾ। ਸਤਿਗੁਰੂ ਨੇ ਉੱਥੇ ਉਪਦੇਸ਼ ਦਿੱਤਾ। ਔਰ ਮੈਂ ਕਿਹਾ ਸਮਾਂ ਬਿਲਕੁਲ। ਇੱਥੋਂ ਪਕਾਂਗੇ। ਹਾਂਜੀ ਵੀਰ ਜੀ, ਬਹੁਤ ਬਹੁਤ ਧੰਨਵਾਦ। ਇੱਕ ਰੂਪੇ ਨੂੰ ਇੱਕ ਸੋਚ, ਇਹ ਉਸ ਵੇਲੇ ਸਤਿਗੁਰੂ ਜੀ ਨੇ ਜੋ ਵੀ ਗੱਲ ਹੋਈ ਉਹ ਸਾਨੂੰ ਅੱਜ ਦੇ ਸਮੇਂ ਵਿੱਚ ਵੀ ਸੇਧ ਲੈਣੀ ਚਾਹੀਦੀ। ਜੇ ਅਸੀਂ ਵੱਡੀਆਂ, ਜਿੱਦਾਂ ਵੀਰ ਜੀ ਨੇ ਕਿਹਾ, ਪ੍ਰਾਪਤੀਆਂ ਕਰਨੀਆਂ, ਤੇ ਛੋਟੇ ਛੋਟੇ ਜਿਹੜੇ ਝਗੜੇ, ਛੋਟੀਆਂ ਸੋਚਾਂ, ਉਹਨਾਂ ਨੂੰ ਬਦਲ ਕੇ ਇੱਕ ਵੱਡੀ ਸੋਚ ਨੂੰ ਅਖਤਿਆਰ ਕਰਨਾ ਚਾਹੀਦਾ, ਤਾਂ ਹੀ ਜਿਹੜੀਆਂ ਅਸੀਂ ਅਮਲਾਂ ਮਾਰ ਸਕਦੇ। ਉਸ ਤੋਂ ਬਾਅਦ ਸਤਿਗੁਰੂ ਜੀ ਰੂਪੇ ਆਣੇ ਤੋਂ ਕਿਹੜੇ ਪਾਸੇ ਨੂੰ ਗਏ, ਕੀ ਕੌਤਕ ਹੋਰ ਵਰਤਾਏ ਸਤਿਗੁਰੂ ਜੀ ਨੇ, ਅਗਲੇ ਐਪੀਸੋਡ ਵਿੱਚ ਆਪ ਜੀ ਨਾਲ ਸਾਂਝੇ ਕੀਤੇ ਜਾਣਗੇ। ਮੈਂ ਹਮੇਸ਼ਾ ਕਹਿੰਦੀ ਨਹੀਂ ਕਿ ਜਦੋਂ ਤੁਸੀਂ ਇਹ ਪ੍ਰੋਗਰਾਮ ਦੇਖਦੇ ਹੋ ਤੇ ਇਹਨਾਂ ਪ੍ਰੋਗਰਾਮਾਂ ਨੂੰ ਆਪਣੇ ਬੱਚਿਆਂ ਤੱਕ ਜ਼ਰੂਰ ਪਹੁੰਚਾਇਆ ਕਰੋ। ਉਹਨਾਂ ਨੂੰ ਇੱਕ ਸਾਖੀ ਦੇ ਰੂਪ ਵਿੱਚ, ਇੱਕ ਨਵੀਂ ਸੋਚ ਦੇ ਰੂਪ ਵਿੱਚ, ਇੱਕ ਨਵੀਂ ਗੱਲਬਾਤ ਦੇ ਰੂਪ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਸਮਝਾਇਆ ਕਰੋ ਕਿ ਅੱਜ ਐਪੀਸੋਡ ਦੇ ਵਿੱਚ ਅਸੀਂ ਆ ਸੁਣਿਆ, ਤਾਂ ਹੀ ਉਹਨਾਂ ਦੀ ਜਿਹੜੀ ਚੇਟਕ ਆ ਉਹ ਹੋਰ ਵਧੇਗੀ। ਉਹਨਾਂ ਦੇ ਮਨ ਦੇ ਵਿੱਚ ਲਾਲਸਾ ਹੋ ਕਿ ਸਾਡੇ ਸਤਿਗੁਰੂ ਜੀ ਨੇ ਆ ਕੁਛ ਕੀਤਾ, ਕਿਉਂਕਿ ਸਾਡੇ ਬੱਚਿਆਂ ਨੂੰ ਪੂਰਾ ਪਤਾ ਨਹੀਂ ਕਿ ਸਾਡੇ ਸਤਿਗੁਰੂ ਜੀ ਨੇ ਕੀ ਕੀਤਾ, ਕਿਉਂਕਿ ਛੋਟੇ ਸਿਰਫ ਅਸੀਂ ਉਹਨਾਂ ਨੂੰ ਇੱਥੋਂ ਤੱਕ ਹੀ ਸੀਮਿਤ ਕਰ ਚੁੱਕੇ ਹਾਂ ਕਿ ਅਸੀਂ ਗੁਰਦੁਆਰੇ ਜਾਣਾ, ਮੱਥਾ ਟੇਕਣਾ ਤੇ ਘਰ ਨੂੰ ਆ ਜਾਣਾ। ਸਿੱਖ ਜਿਹੜਾ ਫਲਸਫਾ ਸੀ, ਜਿਹੜੀ ਸਿੱਖੀ ਸੋਚ ਸੀ, ਉਦੋਂ ਤੱਕ ਅਸੀਂ ਉਹਨਾਂ ਨੂੰ ਸਮਝਾਉਣੀ ਜਿਹੜੀ ਉਹ ਸਮਝਾ ਹੀ ਨਹੀਂ ਸਕੇ। ਪ੍ਰੋਗਰਾਮ ਦੀ ਕੋਸ਼ਿਸ਼ ਤਾਂ ਸਾਡੀ ਇਹ ਕਿ ਅਸੀਂ ਜੋ ਵੀ ਅੱਜ ਤੱਕ ਤੁਸੀਂ ਨਹੀਂ ਸੁਣਿਆ, ਪੜ੍ਹਿਆ, ਲਿਖਿਆ, ਅਸੀਂ ਆਪ ਜੀ ਦੇ ਸਾਹਮਣੇ ਪੇਸ਼ ਕਰ ਸਕੀਏ। ਪ੍ਰੋਗਰਾਮ ਕਰਦੇ ਹੋਏ ਗਲਤੀਆਂ ਦੀ ਮਾਫੀ ਮੰਗਦੇ ਹਾਂ, ਇੱਥੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। देश शिवा पर मोहे है, शुभ कर्म ते कभू न डरूं और सोच अब जाए लड़ूं, निश्चय कर अपनी जीत करूं।